ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮਿਲ USA TV ਪੰਜਾਬ ਫੋਕਸ ਦੇ ਵਿੱਚ ਸਵਾਗਤ। ਮੈਂ ਹਾਂ ਸੰਜੀਵ ਯਸ਼ ਖੰਨਾ। ਸਾਬਕਾ ਰਾਸ਼ਟਰਪਤੀ ਅਮਰੀਕਾ ਦੇ ਡੋਨਲਡ ਟਰੰਪ ਉਹਨਾਂ ਦੇ ਉੱਤੇ ਦੋਸ਼ ਲੱਗਦੇ ਪਏ ਨੇ ਤੇ ਉਹ ਕੋਰਟ 'ਚ ਆਏ ਨੇ। ਆਪਣੇ ਦੋਸ਼ਾਂ ਤੋਂ ਉਹਨਾਂ ਨੇ ਇਨਕਾਰ ਕੀਤਾ। ਸਰਕਾਰੀ ਕੰਮਕਾਜ ਦੇ ਵਿੱਚ ਦਖਲ ਦੇਣਾ, 2020 ਦੀਆਂ ਇਲੈਕਸ਼ਨਸ ਨੂੰ ਪਲਟਣਾ, 2021 ਦੇ ਵਿੱਚ ਜਿਹੜੀ ਹਿੰਸਾ ਹੋਈ ਉਹਦੇ ਬਾਰੇ ਵੀ ਗੱਲਬਾਤ ਹੋਈ ਆ, ਔਰ ਸਰਕਾਰੀ ਤੰਤਰ ਦਾ ਗਲਤ ਇਸਤੇਮਾਲ ਕਰਨਾ, तमाम ਤਰ੍ਹਾਂ ਦੇ ਦੋਸ਼ ਲੱਗਦੇ ਪਏ ਨੇ ਤੇ ਉਹਨਾਂ ਨੇ ਸਾਫ਼ ਇਨਕਾਰ ਕੀਤੀ ਹੈ। ਔਰ ਉਹਨਾਂ ਨੇ ਖੁੱਲ੍ਹ ਕੇ ਕਿਹਾ ਕਿ ਇਹ ਇੱਕ ਪੋਲੀਟੀਕਲ ਗੇਮ ਆ ਮੇਰੇ ਅਗੇਂਸਟ, ਕਿਉਂਕਿ ਮੈਂ 2024 ਦੀਆਂ ਇਲੈਕਸ਼ਨਸ ਵਾਸਤੇ ਕੰਪੀਟ ਕਰਨਾ ਚਾਹੁੰਦਾ। ਇਸ ਕਰਕੇ ਮੈਨੂੰ ਡੀਫੇਮ ਕਰਨ ਦੀ, ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈ ਤਾਂ ਕਿ ਮੈਂ ਆਪਣੀ ਪੂਰੀ ਤਰ੍ਹਾਂ ਨਾਲ ਕਾਰਗੁਜ਼ਾਰੀ ਨਾ ਦੇ ਸਕਾਂ, ਪਰਫਾਰਮੈਂਸ ਨਾ ਦੇ ਸਕਾਂ 2024 ਦੀਆਂ ਇਲੈਕਸ਼ਨਸ ਦੇ ਵਿੱਚ। ਪਰ ਅਮਰੀਕਾ ਵਾਸਤੇ ਇਹ ਦੁਖਦ ਦਿਨ ਹੈ। ਉਹਨਾਂ ਨੇ ਕੋਰਟ ਵਿੱਚ ਅਪੀਅਰ ਹੋਣ ਤੋਂ ਬਾਅਦ ਜਦੋਂ ਪ੍ਰੈਸ ਕਾਨਫਰੰਸ ਦੇ ਸਾਹਮਣੇ ਗੱਲਬਾਤ ਕੀਤੀ, ਖੈਰ ਪੱਤਰਕਾਰ ਸ਼ਾਮਿਲ ਸੀ ਔਰ ਇੱਕ ਛੋਟੀ ਜਿਹੀ ਪ੍ਰੈਸ ਕਾਨਫਰੰਸ ਹੀ ਹੋ ਜਾਂਦੀ ਹੈ ਜਦੋਂ ਵੱਡੇ ਲੋਕਾਂ ਦੇ ਆਲੇ ਦੁਆਲੇ 10-15 ਪੱਤਰਕਾਰ ਹੋਣ, ਤਾਂ ਉਹਨਾਂ ਨੇ ਇਹ ਗੱਲ ਕਹੀ ਕਿ ਇਹ ਅਮਰੀਕਾ ਵਾਸਤੇ ਇੱਕ ਦੁਖਦ ਦਿਨ ਹੈ। ਸੋ ਇਹ तमाम ਤਰ੍ਹਾਂ ਦੀਆਂ ਗੱਲਾਂ ਚੱਲਦੀਆਂ ਪਈਆਂ ਨੇ ਕਿਉਂਕਿ ਅਮਰੀਕਾ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਇੱਦਾਂ ਦੀਆਂ ਘਟਨਾਵਾਂ ਹੋ ਰਹੀਆਂ ਨੇ। ਵੈਸੇ ਤਾਂ ਦੁਨੀਆ ਦੇ ਵਿੱਚ ਵੀ ਅਜਿਹੀਆਂ ਘਟਨਾਵਾਂ ਹੋ ਰਹੀਆਂ ਨੇ ਜਿਹੜੀਆਂ ਅਣਹੋਣੀਆਂ ਲੱਗਦੀਆਂ ਨੇ, ਪਰ ਉਹ ਹੋ ਰਹੀਆਂ ਨੇ, ਉਹ ਸੱਚਾਈ ਹੈ। ਔਰ ਸੱਚਾਈ ਇਹ ਵੀ ਹੈ ਕਿ ਇੰਡੀਆ ਦਾ ਇੱਕ ਦੋਸਤ ਹੈ ਕੰਟਰੀ ਮਾਲਦੀਵ, ਔਰ ਉਹਦੇ ਉੱਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਨੇ ਅਮਰੀਕਾ ਨੇ, ਕਈ ਕੰਪਨੀਆਂ ਦੇ ਉੱਤੇ ਜੋ ਉਸ ਦੇਸ਼ ਦੇ ਵਿੱਚ ਕੰਮ ਕਰਦੀਆਂ ਪਈਆਂ ਨੇ, ਕਈ ਲੋਕਾਂ ਦੇ ਉੱਤੇ ਜੋ ਉਸ ਦੇਸ਼ ਦੇ ਵਿੱਚ ਰਹਿ ਰਹੇ ਨੇ, ਕਾਰਨ ਕਿ ਉਹਨਾਂ ਦਾ ਇਨਵੋਲਵਮੈਂਟ ਹੈ ਕਿਤੇ ਨਾ ਕਿਤੇ ਟੈਰਰਿਸਟ ਵਾਲੇ ਗਰੁੱਪਸ ਦੇ ਨਾਲ, ਆਤਵਾਦੀਆਂ ਦੇ ਨਾਲ। ਇਸ ਕਰਕੇ ਇਹ ਲੋਕ ਸਪੋਰਟ ਕਰਦੇ ਨੇ, ਫੰਡ ਕਰਦੇ ਨੇ ਉਹਨਾਂ ਆਤਵਾਦੀ ਗਰੁੱਪਸ ਨੂੰ। ਇਸ ਕਰਕੇ ਅਮਰੀਕਾ ਨੇ ਉਹਨਾਂ ਦੇ ਉੱਤੇ ਕੜੀ ਕਾਰਵਾਈ ਕੀਤੀ ਹੈ, ਹਾਰਡ ਸਟੈਪ ਲਿੱਤੇ ਨੇ, ਉਹਨਾਂ ਉੱਤੇ ਪ੍ਰਤੀਬੰਧ ਲਗਾਏ ਗਏ ਨੇ ਔਰ ਪੂਰੀ ਕਾਨੂੰਨੀ ਕਾਰਵਾਈ ਹੋ ਰਹੀ ਹੈ। ਜਦੋਂ ਤੱਕ ਇਹ ਦੋਸ਼ ਮੁਕਤ ਨਹੀਂ ਹੋ ਜਾਂਦੇ ਉਹਨਾਂ ਦੇ ਉੱਤੇ ਪ੍ਰਤੀਬੰਧ ਲੱਗੇ ਰਹਿਣਗੇ। ਔਰ ਇਸ ਚੀਜ਼ ਨੇ ਭਾਰਤ ਦੀ ਚਿੰਤਾ ਵੀ ਵਧਾ ਦਿੱਤੀ ਹੈ ਕਿ ਉਹਨਾਂ ਨੂੰ ਵੀ ਧਿਆਨ ਦੇਣਾ ਪਏਗਾ, ਭਾਰਤ ਦੀ ਐਡਮਿਨਿਸਟ੍ਰੇਸ਼ਨ ਨੂੰ, ਕਿ ਮਾਲਦੀਵ ਦੇ ਵਿੱਚ ਕੀ ਕੁਝ ਹੋ ਰਿਹਾ। ਸੋ ਇਹ ਨੇ ਅਮਰੀਕਾ ਦੀ ਧਰਤੀ ਦੇ ਕਰੰਟ ਅਫੇਅਰਸ। ਸੋ ਹੁਣ ਆਪਾਂ ਚੱਲਦੇ ਹਾਂ ਆਪਣੇ ਭਾਰਤ ਦੇ ਮੁੱਦਿਆਂ ਦੇ ਵੱਲ, ਆਪਣੇ ਪੰਜਾਬ ਦੇ ਮੁੱਦਿਆਂ ਦੇ ਵੱਲ। ਸਟੂਡੀਓਜ਼ ਦੇ ਵਿੱਚ ਮੇਰੇ ਨਾਲ ਮੌਜੂਦ ਨੇ ਬਲਕਾਰ ਸਿੰਘ। ਹਾਂਜੀ ਸੰਜੀਵ ਖੰਨਾ ਜੀ, ਪੰਜਾਬ ਦੇ ਮੁੱਦਿਆਂ ਨਾਲ ਅਸੀਂ ਸਾਰੇ ਜਾਣਕਾਰੀ ਦੇਵਾਂਗੇ ਆਪਣੇ ਦਰਸ਼ਕਾਂ ਨੂੰ। ਜਿਸ ਤਰ੍ਹਾਂ ਤੁਸੀਂ ਅਮਰੀਕਾ ਦੀ ਗੱਲ ਕੀਤੀ ਹੈ, ਡੋਨਲਡ ਟਰੰਪ ਦੇ ਉੱਤੇ ਬੜੇ ਦੋਸ਼ ਮੜੇ ਗਏ ਆ ਔਰ ਇਹ ਵਿੱਚ ਜਿਹੜੀ ਆ ਸਿਆਸਤ ਰੜਕਦੀ ਆ। ਇਹ ਹਰ ਦੇਸ਼ ਵਿੱਚ ਇਸੇ ਤਰ੍ਹਾਂ ਹੁੰਦਾ ਹੈ, ਈਵਨ ਪੰਜਾਬ ਵਿੱਚ ਵੀ ਹੋਇਆ ਔਰ ਇਹਦੇ ਵਿੱਚ ਇੰਡੀਆ ਵਿੱਚ ਵੀ ਹੋ ਰਿਹਾ। ਰਾਹੁਲ ਗਾਂਧੀ ਔਰ ਵਰਸਸ ਮੋਦੀ ਜੀ, ਹਰ ਜਗ੍ਹਾ ਇਹ ਹੈ ਕਿਉਂਕਿ ਕਮਿੰਗ ਇਲੈਕਸ਼ਨ ਹੈ, ਇਲੈਕਸ਼ਨ ਦੀ ਕੰਪੇਨ ਵੀ ਆ ਗਈ ਆ, ਸਿਆਸਤ ਦੀ ਕੰਪੇਨ ਵੀ ਨਾਲ ਹੀ ਚੱਲ ਰਹੀ ਆ। ਰਾਜਨੀਤੀ ਦੇ ਛੜਯੰਤਰ ਹੁੰਦੇ ਸਾਰੇ ਪਾਸੇ ਔਰ ਸਾਰੇ ਸਿਆਸਤਦਾਨ, ਸਾਰੇ ਚਿੰਤਕ, ਸਾਰੇ ਜਿਹੜੇ ਸੋਚਵਾਨ ਨੇ ਉਹ ਇਹੋ ਗੱਲ ਕਹਿੰਦੇ ਆ ਕਿ ਪਹਿਲੋਂ ਇਹਨਾਂ ਨੂੰ ਇਹ ਨਹੀਂ ਦੋਸ਼ ਲੱਗਦੇ, ਪਹਿਲਾਂ ਇਹ ਸੁੱਤੇ ਰਹਿੰਦੇ, ਜਦੋਂ ਬਿਲਕੁਲ ਆ ਕੇ ਉੱਤੇ ਇਲੈਕਸ਼ਨ ਆ ਜਾਂਦੀ ਹੈ ਫਿਰ ਚਿੱਕੜ ਸੁੱਟੋ, ਇਹ ਗੰਦਾ, ਆਹ ਮਾੜਾ, ਇਹ ਸਾਰਾ ਕੁਝ ਹੁੰਦਾ ਰਹਿੰਦਾ। ਇਹੀ ਗੱਲ ਜਿਹੜੀ ਤੁਸੀਂ ਹੁਣ ਕੀਤੀ, ਵਾਕਈ ਤੁਸੀਂ ਕਿਹਾ ਕਿ ਇਹਦੇ ਵਿੱਚ ਸਿਆਸਤ ਰੜਕਦੀ ਆ ਔਰ ਸਿਆਸਤ ਦੇ ਮੂਲ ਮੁੱਦੇ ਸਾਰੀ ਜਗ੍ਹਾ ਚੱਲਦੇ ਆ। ਸੋ ਆਪਾਂ ਹੁਣ ਭਾਰਤ ਦੀ ਗੱਲ ਕਰਾਂਗੇ। ਮਨੀਪੁਰ ਹਿੰਸਾ ਹਜੇ ਵੀ ਚਰਚਾ ਦਾ ਵਿਸ਼ਾ ਪੂਰੀ ਦੁਨੀਆ ਦੇ ਵਿੱਚ, ਤੇ ਕਿਉਂ ਨਾ ਹੋਵੇ, ਕਿਉਂਕਿ ਹਿਊਮਨ ਰਾਈਟਸ ਦਾ ਜਿੱਦਾਂ ਘਾਣ ਹੋਇਆ ਇਹ ਦੇਖਣ ਨੂੰ ਮਿਲ ਰਿਹਾ। ਔਰ ਨਾਲ ਹਰਿਆਣਾ ਦੇ ਵਿੱਚ ਜਿਹੜੀਆਂ ਘਟਨਾਵਾਂ ਹੋਈਆਂ ਨੇ ਨੂਹ ਦੇ ਵਿੱਚ, ਉਹ ਵੀ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਨੇ। ਕਿਤੇ ਨਾ ਕਿਤੇ ਇਹ ਦੋਵਾਂ ਘਟਨਾਵਾਂ ਦਾ ਕਨੈਕਸ਼ਨ ਵੀ ਆਪਸ ਦੇ ਵਿੱਚ ਕਈ ਐਕਸਪਰਟਸ ਕਹਿ ਰਹੇ ਨੇ, ਕਿਉਂਕਿ 2024 ਦੀਆਂ ਇਲੈਕਸ਼ਨਸ ਨੇ, ਇਸ ਕਰਕੇ ਵੀ ਐਕਸਪਰਟਸ ਇੱਧਰ ਨੂੰ ਜਾ ਰਹੇ ਨੇ ਕਿ ਸ਼ਾਇਦ ਇਹਨਾਂ ਦਾ ਕਨੈਕਸ਼ਨ ਬਣਦਾ ਹੈ। ਗੱਲ ਇਹ ਹੈ ਕਿ ਮਨੀਪੁਰ ਦੇ ਵਿੱਚ ਜਿਹੜੀ ਘਟਨਾ ਹੁੰਦੀ ਆ ਉਹਦਾ ਆਧਾਰ ਬਣਦਾ ਰਿਜ਼ਰਵੇਸ਼ਨ, ਜਾਤ, ਔਰ ਉਸ ਤੋਂ ਬਾਅਦ ਗੱਲ ਅੱਗੇ ਵੱਧਦੀ ਹੈ ਤੇ ਹਿੰਸਾ ਤੱਕ ਚਲੀ ਜਾਂਦੀ ਹੈ। ਔਰ ਅੱਜ ਇੱਥੋਂ ਤੱਕ ਜਾ ਰਹੀ ਹੈ ਕਿ ਅਸੀਂ ਸੈਪਰੇਟ ਸਟੇਟ ਚਾਹੁੰਦੇ ਹਾਂ, ਇਕੱਠੇ ਰਹਿਣਾ ਹੀ ਨਹੀਂ ਚਾਹੁੰਦੇ। ਸੋ ਇੱਥੇ ਤੱਕ ਚਲਾ ਗਿਆ ਹੈ ਇਹ ਪੋਲੀਟਿਕਸ। ਤੇ ਜਦੋਂ ਆਪਾਂ ਹਰਿਆਣਾ ਚਾਹੁੰਦੇ ਹਾਂ, ਇੱਥੇ ਧਰਮ ਬਣਿਆ ਹੈ ਆਧਾਰ, ਔਰ ਇੱਥੇ ਵੀ ਜਾਤੀ ਹਿੰਸਾ ਤੋਂ ਹਟ ਕੇ ਧਰਮ ਦੀ ਹਿੰਸਾ ਹੋਈ ਹੈ। ਔਰ ਇੱਥੇ ਵੀ ਲੋਕਾਂ ਦੀਆਂ ਜਾਨਾਂ ਗਈਆਂ ਨੇ, ਅੱਗਾਂ ਲੱਗੀਆਂ ਨੇ ਔਰ तमाम ਤਰ੍ਹਾਂ ਦੀ ਉਹ ਕਾਰਵਾਈ ਹੋਈ ਹੈ। ਅਜੇ ਵੀ ਉੱਥੇ ਪੁਲਿਸ ਔਰ ਆਰਮੀ ਅਲਰਟ ਹੈ, ਡਿਪਲੋਇਡ ਆ ਔਰ 144 ਲੱਗੀ ਹੋਈ ਹੈ। ਇੰਟਰਨੈਟ ਸੇਵਾਵਾਂ ਕਈ ਥਾਂ 'ਤੇ ਹਜੇ ਵੀ ਬੰਦ ਨੇ। ਸੋ ਇਹ ਦੋਵਾਂ ਘਟਨਾਵਾਂ ਨੂੰ ਲੋਕ ਜੋੜ ਕੇ ਦੇਖਦੇ ਨੇ। ਸੋ ਇਹ ਤਾਂ ਹੁਣ ਟਾਈਮ ਦੱਸੇਗਾ ਕਿ ਇਹ ਦੋਵਾਂ ਘਟਨਾਵਾਂ ਦਾ ਆਪਸ ਦੇ ਵਿੱਚ ਕੀ ਕਨੈਕਸ਼ਨ ਹੈ। ਔਰ ਦੂਜੀ ਕਨੈਕਸ਼ਨ ਇਹ ਵੀ ਹੈ ਕਿ ਸੈਂਟਰ ਦੇ ਵਿੱਚ ਬੀਜੇਪੀ ਦੀ ਗਵਰਨਮੈਂਟ ਹੈ, ਮਣੀਪੁਰ ਦੇ ਵਿੱਚ ਬੀਜੇਪੀ ਦੀ ਗਵਰਨਮੈਂਟ ਹੈ, ਹਰਿਆਣਾ ਦੇ ਵਿੱਚ ਬੀਜੇਪੀ ਦੀ ਗਵਰਨਮੈਂਟ ਆ ਔਰ ਪ੍ਰਾਈਮ ਮਿਨਿਸਟਰ ਮੋਦੀ ਹਮੇਸ਼ਾ ਡਬਲ ਇੰਜਨ ਦੀ ਗੱਲ ਕਰਦੇ ਨੇ। ਸੋ ਐਕਸਪਰਟ ਕਹਿੰਦੇ ਨੇ ਕਿ ਮਣੀਪੁਰ ਦੇ ਵਿੱਚ ਵੀ ਤੇ ਹਰਿਆਣਾ ਦੇ ਵਿੱਚ ਵੀ ਇਹ ਡਬਲ ਇੰਜਨ ਫੇਲ ਕਿਉਂ ਹੋ ਜਾਂਦਾ ਹੈ। ਸੋ ਇਹ ਹਿੰਸਾ ਜਿਹੜੀ ਹੈ ਚਰਚਾ ਦਾ ਕਾਰਨ ਬਣੀ ਹੋਈ ਹੈ ਪੂਰੀ ਦੁਨੀਆ ਦੇ ਵਿੱਚ, ਮੌਨਸੂਨ ਸੈਸ਼ਨ ਦੇ ਵਿੱਚ ਵੀ। ਤੇ ਹਾਈ ਕੋਰਟ ਨੇ ਇੱਕ ਫੈਸਲਾ ਲਿੱਤਾ ਕਿ ਜਿਹੜੇ ਮਣੀਪੁਰ ਦੇ ਵਿੱਚ ਲੋਕ ਮਾਰੇ ਗਏ ਨੇ ਇਹਨਾਂ ਦੰਗਿਆਂ ਦੇ ਵਿੱਚ, ਉਹਨਾਂ ਦੀਆਂ ਲਾਸ਼ਾਂ ਨੂੰ ਸਮੂਹਿਕ ਤੌਰ 'ਤੇ ਦਫਨ ਨਾ ਕੀਤਾ ਜਾਵੇ, ਇੰਡੀਵਿਜੂਅਲ ਤੌਰ 'ਤੇ। ਇਹ ਸਾਰੀਆਂ ਗੱਲਾਂ ਚੱਲਦੀਆਂ ਪਈਆਂ ਨੇ।
ਹਾਂ, ਜਦੋਂ ਤੋਂ ਦੇਸ਼ ਆਜ਼ਾਦ ਹੋਣ ਤੋਂ ਬਾਅਦ ਹੁਣ ਤੱਕ ਦਾ ਸਮਾਂ ਜਿਹੜਾ ਹੈਗਾ ਹੈ, ਬੜਾ ਇਸ ਤਰ੍ਹਾਂ ਦਾ ਤਰਸਯੋਗ ਜਿਹੜੀ ਹੈ ਸਥਿਤੀ ਵਿੱਚੋਂ ਗੁਜ਼ਰਦਾ ਰਿਹਾ। ਇਸ ਕਰਕੇ ਕਿ ਧਰਮਾਂ, ਨਸਲਾਂ, ਸਿਆਸਤਾਂ, ਮਜ਼ਹਬਾਂ ਤੇ ਸਾਡੀ ਜਿਹੜੀ ਬਾਹਰ ਦੇ ਲੋਕ ਨੇ ਉਹਨਾਂ ਦੀ ਜਿਹੜੀ ਆਪਸੀ ਰਹਿਣ ਸਹਿਣ ਹੈ, ਇਹਨਾਂ ਨੇ ਐਸਾ ਵਲਗਣ ਬਲਿਆ ਹੈਗਾ ਕਿ ਲੋਕਾਂ ਨੇ ਆਪਣੇ ਆਪ ਨੂੰ ਇੱਕ ਦੂਜੇ ਤੇ ਉੱਚਾ ਕਰਨ ਦਾ ਯਤਨ ਕੀਤਾ ਕਿ ਮੈਂ ਉੱਚਾ, ਮੇਰੀ ਜਾਤ ਏ, ਮੇਰਾ ਧਰਮ ਏ। ਇਹਨਾਂ ਨੇ ਸਾਰੀਆਂ ਵਲਗਣਾਂ ਨੇ ਦੇਸ਼ ਨੂੰ ਤਬਾਹ ਕਰ ਦਿੱਤਾ। ਔਰ ਜਿਹੜੀ ਤਬਾਹੀ ਦਾ ਮੰਜ਼ਰ ਹੈ ਇਸ ਵੇਲੇ ਨਜ਼ਰ ਆ ਰਿਹਾ, ਇਹ ਹਰਿਆਣਾ ਸਾਡਾ ਗੁਆਂਢੀ ਪ੍ਰਦੇਸ਼ ਹੈ, ਔਰ ਨਾਲ ਦਾ ਲੱਗਦਾ ਮਨੀਪੁਰ ਆ, ਔਰ ਉਹਦੇ ਨਾਲ ਲੱਗਦਾ ਇੰਫਾਲ ਦੇ ਵਿੱਚ 24 ਘੰਟੇ ਉੱਥੇ ਕਰਫਿਊ ਲੱਗਾ। ਔਰ ਜਿਹੜੇ ਵੀ ਬੰਦਾ ਇਹਨਾਂ ਨੇ ਬਾਜ਼ਾਰ 'ਚ ਜਾਣਾ, ਖਾਣ ਪੀਣ ਜਾਣਾ, ਲੋਕ ਭੁੱਖੇ ਮਰ ਰਹੇ ਆ ਔਰ ਮਾਰ ਧਾੜ। ਔਰ ਜਿੱਥੇ ਜਿੱਥੇ ਇਹਨਾਂ ਦੇ ਹਥਿਆਰ ਪਏ ਨੇ ਪੁਲਿਸ ਦੇ, ਉਹ ਉੱਥੋਂ ਇਹਨਾਂ ਨੇ ਚੁੱਕ ਲਏ ਆ ਔਰ ਬਾਕਾਇਦਾ ਤੌਰ ਤੇ ਬਗਾਵਤ ਹੋਈ ਉੱਥੇ। ਔਰ ਉਹਨਾਂ ਨੇ ਹਥਿਆਰ ਆਪਣੇ ਕੋਲ ਰੱਖ ਕੇ ਬਾਕਾਇਦਾ ਅੱਗਾਂ ਲਾ ਰਹੇ ਆ। ਔਰ ਇਹਦੇ ਵਿੱਚ ਕਿੰਨੇ ਲੋਕ ਮਰ ਗਏ ਆ, ਸੜਕਾਂ ਤੇ ਲਾਸ਼ਾਂ ਪਈਆਂ। ਔਰ ਹੁਣ ਹਾਈ ਕੋਰਟ ਨੇ, ਜਿਹੜਾ ਤੁਸੀਂ ਦੱਸਿਆ ਕਿ ਹਾਈ ਕੋਰਟ ਨੇ ਡਿਸੀਜਨ ਲਿਆ ਕਿ ਜਿਹੜੇ ਦਫਨਾਉਣੇ ਆ ਉਹਨਾਂ ਨੂੰ ਇਕੱਠਿਆਂ ਨੂੰ ਇੱਕ ਜਗ੍ਹਾ ਟੋਏ ਪੁੱਟ ਕੇ ਉਹਦੇ ਵਿੱਚ ਦਫਨਾਓ ਨਾ, ਇੰਡੀਵਿਜੂਅਲ ਤੌਰ ਤੇ ਰੱਖੋ। ਉਹਨਾਂ ਵੀ ਕਿਤੇ ਨਾ ਕਿਤੇ ਆਪਣੀ ਜਿਹੜੀ ਆ ਰੂਹ ਨੂੰ ਅੱਗੇ ਮੁਕਤ ਕਰਨਾ। ਔਰ ਇਹ ਸਿਆਸਤ ਦੀ ਜਿਹੜੀ ਦੌੜ ਆ ਉਹਨੂੰ ਇਹਨਾਂ ਨੇ ਨੱਥ ਪਾਉਣ ਲਈ ਕਿਹਾ ਕਿ ਇਹਦੇ ਵਿੱਚ ਇਹ ਨਾ ਕਿ ਤੁਸੀਂ ਉਹਨਾਂ ਨੂੰ ਪਸ਼ੂਆਂ ਵਾਂਗੂ ਜਾਂ ਜਾਨਵਰਾਂ ਵਾਂਗੂ ਦੱਬ ਕੇ ਉੱਤੇ ਮਿੱਟੀ ਪਾ ਦਿਓ, ਇਹ ਬਿਲਕੁਲ ਬੰਦ ਕਰ ਦਿਓ। ਹੁਣ ਉੱਥੇ ਬੰਦ ਕਰ ਦਿੱਤਾ ਪਿਆ ਹੈਗਾ। ਔਰ ਉਹਦੇ ਵਿੱਚ ਜਿੰਨੇ ਲੋਕ ਮਰ ਚੁੱਕੇ ਆ ਉਹਨਾਂ ਦੀ ਅਰਦਾਸ ਲਈ, ਉਹਨਾਂ ਦੇ ਸ਼ੋਕ ਲਈ ਬਹੁਤ ਲੋਕ ਇਕੱਠੇ ਹੋਏ ਆ। ਬੱਚੇ ਵੀ ਰੋਣ ਡੇ ਆ, ਜਨਾਨੀਆਂ ਵੀ ਰੋਣ ਡਈਆਂ। ਔਰ ਉਹ ਲੋਕ ਰੋ ਕੇ ਉਹਨਾਂ ਦੇ ਲਈ ਅਰਦਾਸ ਕਰ ਰਹੇ ਆ ਕਿ ਇਹਨਾਂ ਦੀ ਰੂਹ ਨੂੰ ਸ਼ਾਂਤੀ ਬਖਸ਼ੇ ਪ੍ਰਮਾਤਮਾ। ਔਰ ਇਹਨਾਂ ਉੱਥੇ ਤਰਾਸਦੀ, ਇੰਨੀ ਟ੍ਰੈਜਡੀ ਵਾਪਰ ਚੁੱਕੀ ਆ ਜਿਹਦੇ ਨਾਲ ਸਾਰਾ ਦੇਸ਼ ਹਲੂਣਿਆ ਗਿਆ। ਸਾਰੇ ਦੇਸ਼ ਦਾ ਰੋਮ ਜਿਹੜਾ ਉਦਾਸੀ 'ਚ ਜਿਹੜਾ ਆ ਕੇ ਪੈ ਗਿਆ, ਕਿਉਂਕਿ ਇੰਨੇ ਲੋਕ ਮਰ ਗਏ। ਪਹਿਲਾਂ ਔਰਤਾਂ ਦੀ ਬੇਪਤੀ ਕੀਤੀ ਹੈ, ਫਿਰ ਉਹ ਤੋਂ ਬਾਅਦ ਬੱਚੇ ਮਾਰੇ ਗਏ, ਬੁੜੇ ਮਾਰੇ ਗਏ, ਫਿਰ ਮੰਤਰੀਆਂ ਦੇ ਆਲੇ ਦੁਆਲੇ ਜਿਹੜੇ ਅੱਗਾਂ, ਘਰਾਂ ਨੂੰ ਅੱਗਾਂ ਲਾਤੀਆਂ। ਉਹਦੇ 'ਚ ਸਰਕਾਰ ਇਸ ਵੇਲੇ ਬਿਲਕੁਲ ਚੁੱਪ ਵੱਟੀ ਬੈਠੀ ਹੈ। ਜਿਹਦੇ ਸਾਡੇ ਪ੍ਰਧਾਨ ਮੰਤਰੀ ਨੇ, ਜਿਹਦੇ ਵਿੱਚ ਸਾਡੇ ਗ੍ਰਹਿ ਮੰਤਰੀ ਨੇ, ਸਾਡੇ ਵਿਦੇਸ਼ ਮੰਤਰੀ ਨੇ, ਕਿਸੇ ਨੇ ਕੋਈ ਬਿਆਨ ਨਹੀਂ ਦਿੱਤਾ। ਅਗਲੇ ਪਿਛਲੇ ਪ੍ਰੋਗਰਾਮਾਂ 'ਚ ਆਪਾਂ ਕਿਹਾ ਸੀਗਾ ਕਿ ਰਾਸ਼ਟਰਪਤੀ ਹੀ ਕੋਈ ਨਾ ਕੋਈ ਸੰਦੇਸ਼ ਦੇ ਦੇਣ, ਉਹ ਵੀ ਚੁੱਪ ਨੇ। ਕਿਉਂਕਿ ਰਾਸ਼ਟਰਪਤੀ ਜਿਹੜੇ ਆ ਕਿ ਇਹਨਾਂ ਨੂੰ ਉਹ ਸਰਕਾਰ ਦਾ ਕੁਛ ਨਾ ਕੁਛ ਉਹਨਾਂ ਕੋਲ ਸਲਾਹ ਲੈਣੀ ਪੈਂਦੀ ਹੈ। ਜੇ ਸਲਾਹ ਨਹੀਂ ਲੈਣਗੇ ਇਕੱਲੇ ਨਹੀਂ ਬੋਲ ਸਕਦੇ ਇਹ, ਕਿਉਂਕਿ ਜਿਹੜਾ ਹਿੰਦੁਸਤਾਨ ਦੀ ਡੈਮੋਕ੍ਰੇਸੀ ਇਸੇ ਤਰ੍ਹਾਂ ਦੀ ਹੈਗੀ ਆ। ਅਸੀਂ ਪੜ੍ਹਿਆ ਵੀ ਹੈਗਾ, ਉਹਦੇ ਵਿੱਚ ਲਿਖਿਆ ਕਿ ਜਿਹੜੇ ਰਬੜ ਦੀ ਸਟੈਂਪ ਹੁੰਦਾ, ਰਾਸ਼ਟਰਪਤੀ ਨਹੀਂ ਬੋਲੇ ਜਦੋਂ ਹੁਣ ਬੋਲਣ ਦਾ ਵੇਲਾ ਹੈਗਾ। ਨਾਲੇ ਬੇਸਿਕਲੀ ਉਹ ਇੱਕ ਐਡੀ ਮਾਨਯੋਗ ਹਸਤੀ ਹੈ, ਇਹਨਾਂ ਮਾਨਯੋਗ ਜਿਹੜੀ ਆ ਪਦਵੀ ਆ, ਉਹ ਜਦੋਂ ਬੋਲਣਗੇ ਜਾਂ ਕਹਿਣਗੇ, ਨਾਲੇ ਬੇਸਿਕਲੀ ਸ਼ੀ ਇਜ਼ ਬਿਲੋਂਗ ਟੂ ਟਰਾਈਬਲ ਕਾਸਟ, ਉਹ ਬੋਲ ਸਕਦੇ ਆ, ਉਹਨਾਂ ਦੀ ਭਾਸ਼ਾ 'ਚ ਬੋਲ ਸਕਦੇ ਆ। ਔਰ ਇਹਦੇ 'ਚ ਬੜਾ ਕੰਟਰੋਲ ਹੋ ਸਕਦਾ। ਸੂਝਵਾਨ ਕਰ ਰਹੇ ਅਸੀਂ ਵਿਅਕਤੀਗਤ ਤੌਰ ਤੇ ਜਾਂ ਆਪਣੇ ਚੈਨਲ ਵੱਲੋਂ ਨਹੀਂ ਕਹਿ ਰਹੇ, ਲੋਕ ਇਸੇ ਤਰ੍ਹਾਂ ਕਹਿ ਰਹੇ ਆ ਕਿ ਜੇ ਉਹਨਾਂ ਨੂੰ ਬਚਾਉਣਾ ਹੈਗਾ ਤੇ ਲੋਕ ਇਹਨਾਂ ਨੂੰ, ਸਰਕਾਰ ਨੂੰ ਉਹਦੇ 'ਚ ਦਖਲਅੰਦਾਜ਼ੀ ਕਰਨੀ ਪਵੇਗੀ। ਅਜੇ ਤੱਕ ਨਹੀਂ ਰੁਕਿਆ। ਜਿਸ ਤਰ੍ਹਾਂ ਜਿਨਸੀ ਸ਼ੋਸ਼ਣ ਸੀਗਾ ਖਿਡਾਰੀਆਂ ਦਾ, ਉਹ ਕਿਸੇ ਪਾਸੇ ਨਹੀਂ ਲੱਗਿਆ, ਉਸੇ ਤਰ੍ਹਾਂ ਉਹ ਲੱਗਾ ਜਦੋਂ ਉਹ ਜੇ ਫਿਰ ਇਲੈਕਸ਼ਨ ਹੋ ਰਹੀ ਆ, ਇਲੈਕਸ਼ਨ ਦੇ ਵਿੱਚ ਸਾਰੇ ਜਿਹੜੇ ਹੈਗੇ ਖਿਡਾਰੀ ਉਹ ਵਿਚਾਰੇ ਰੋ ਰਹੇ। ਜਿਸ 'ਚ ਖਿਡਾਰਨਾ 8 ਖਿਡਾਰਨਾ FIR ਲੌਜ ਹੋਈ ਆ, ਉੱਤੇ ਕੋਈ ਕਿੰਤੂ ਪਰੰਤੂ ਨਹੀਂ ਆਇਆ। ਇਹੀ ਕੁਛ ਉੱਧਰ ਹੋ ਰਿਹਾ, ਇਹੀ ਕੁਛ ਹਰਿਆਣਾ 'ਚ ਹੋ ਰਿਹਾ। ਨੂੰਹ ਦੇ ਵਿੱਚ ਕਿੰਨਾ ਕੁਛ ਹੋਇਆ, ਕਿੰਨੇ ਲੋਕ ਮਾਰੇ ਗਏ, ਸੜਕਾਂ 'ਤੇ ਮਾਰ ਕੇ ਸੁੱਟ ਦਿੱਤੇ ਗਏ। ਇਹ ਸਾਡੇ ਦੇਸ਼ ਦੀ ਤਰਾਸਦੀ ਹੈ। ਇਹ ਸਾਡੇ ਰਹਿਣ ਸਹਿਣ ਦੇ ਵਿੱਚ ਜਿਹੜਾ ਹੈਗਾ ਘਟੀਆਪਨ, ਇਹ ਸਾਰਾ। ਦੇਖੋ, ਜਿਹੜੀ ਤੁਸੀਂ ਸਪੋਰਟਸ ਦੀ ਗੱਲ ਕੀਤੀ ਹੈ ਕਿ ਉਹਨਾਂ ਦੇ ਉੱਤੇ ਇਲਜ਼ਾਮ ਲੱਗੇ ਨੇ, ਕੁੜੀਆਂ ਨੇ ਲਾਏ ਨੇ ਜਿਹੜੀਆਂ ਸਪੋਰਟਸ ਕਰਦੀਆਂ ਨੇ, ਉਹ ਤਾਂ ਪ੍ਰੂਵ ਹੋਣਗੇ। ਜਦੋਂ ਪ੍ਰੂਵ ਹੋਣਗੇ ਉਸ ਤੋਂ ਬਾਅਦ ਐਕਸ਼ਨ ਹੈ। ਪਰ ਇਹ ਜਿਹੜੀ ਘਟਨਾ ਮਨੀਪੁਰ ਦੀ ਹੈ, ਇੱਥੇ ਤੇ ਵੀਡੀਓ ਸਾਹਮਣੇ ਹੈ। ਬਿਲਕੁਲ। ਔਰ ਕਿੰਨੀ ਅਜੀਬ ਗੱਲ ਲੱਗਦੀ ਹੈ ਕਿ 4 ਮਈ ਦੀ ਵੀਡੀਓ ਜੁਲਾਈ 'ਚ ਜਾ ਕੇ ਸਾਹਮਣੇ ਆਉਂਦੀ ਪਈ ਹੈ। ਮਤਲਬ ਪ੍ਰਸ਼ਾਸਨ ਨੂੰ 2 ਮਹੀਨੇ ਪਤਾ ਨਹੀਂ। 4 ਮਈ ਨੂੰ ਹੋਈ ਹੈ। ਔਰ ਸੀਐਮ ਮਨੀਪੁਰ ਦੇ ਔਨ ਰਿਕਾਰਡ ਹੈ, ਸੀਐਮ ਮਨੀਪੁਰ ਦੇ ਕਹਿੰਦੇ ਨੇ ਇਦਾਂ ਦੀਆਂ ਕਈ ਘਟਨਾਵਾਂ ਨੇ। ਮਤਲਬ ਤੁਹਾਨੂੰ ਪਤਾ ਨਹੀਂ ਮੀਡੀਆ ਸੁੱਤਾ ਸੀਗਾ, ਕਿਸੇ ਮੀਡੀਆ ਤੇ ਨਹੀਂ ਆਈ ਹੈਗੀ। ਫਿਰ ਇਹਦੇ ਵੀ ਇਹ ਮੀਡੀਆ ਜਿਹੜਾ ਫੇਵਰ ਕਰਦਾ ਗਵਰਨਮੈਂਟ। ਐਂਡ ਆਫਟਰ 70 ਦਿਨ ਤੋਂ ਜ਼ਿਆਦਾ ਹੋ ਗਏ, 70+ ਡੇਜ਼, ਬਿਲਕੁਲ, ਤਾਂ ਆ ਕੇ ਪ੍ਰਧਾਨ ਮੰਤਰੀ ਸਾਹਿਬ ਦੀ ਸਟੇਟਮੈਂਟ ਆਉਂਦੀ ਹੈ। ਔਰ ਹੋਮ ਮਿਨਿਸਟਰ ਸਿਰਫ ਇੱਕੋ ਵਾਰ ਗਏ ਨੇ, ਪ੍ਰਾਈਮ ਮਿਨਿਸਟਰ ਬਿਲਕੁਲ ਨਹੀਂ ਗਏ। ਇਸ ਗੱਲ ਦੇ ਉੱਤੇ ਲੋਕ ਇਤਰਾਜ਼ ਕਰਦੇ। ਸਹੀ ਗੱਲ। ਮਨੀਪੁਰ ਦੀ ਹਿੰਸਾ ਦੇ ਉੱਤੇ ਜੋ ਰਾਸ਼ਟਰਪਤੀ ਸਾਹਿਬਾ ਨੇ, ਇੱਕ ਇਨਸਾਨੀਅਤ ਦੇ ਨਾਤੇ ਵੀ ਕੋਈ ਸਟੇਟਮੈਂਟ ਹੋ ਸਕਦੀ ਹੈ, ਲੋਕ ਇਹ ਵੀ ਕਹਿ ਰਹੇ ਨੇ। ਔਰ ਮਨੀਪੁਰ ਦੇ ਨਾਲ ਜਿਹੜਾ ਸੈਸ਼ਨ ਸ਼ੁਰੂ ਹੋਇਆ ਮੌਨਸੂਨ, ਉਸ ਦੇ ਵਿੱਚ ਚਰਚਾ ਚਾਹੁੰਦੇ ਆ, ਉਸ ਦੇ ਵਿੱਚ ਪ੍ਰਾਈਮ ਮਿਨਿਸਟਰ ਚਰਚਾ ਵੀ ਕਰ ਰਹੇ, ਨਹੀਂ ਹੋਈ, ਕੋਈ ਗੱਲ ਨਹੀਂ ਹੋ ਰਹੀ। ਔਰ ਪੋਸਟਪੋਨ ਹੋਈ ਜਾ ਰਿਹਾ ਸੈਸ਼ਨ। ਮਤਲਬ ਇਹ ਵੀ ਚੀਜ਼ ਦੇਖਣ ਨੂੰ ਮਿਲਦੀ ਹੈ। ਸੋ ਇਹ ਸਾਰੀਆਂ ਘਟਨਾਵਾਂ, ਔਰ ਫਿਰ ਇੱਧਰ ਆ ਕੇ ਹਰਿਆਣਾ ਦੀਆਂ ਘਟਨਾਵਾਂ। ਸੋ ਇਹ ਸਾਰਾ ਕੰਟਰੋਲ ਕਿਉਂ ਨਹੀਂ ਹੈ? ਕਿਉਂਕਿ ਮਨੀਪੁਰ ਤਾਂ ਦੇਖੋ ਨਾ, ਸਾਰਾ ਉੱਧਰ ਬਾਰਡਰ ਵੀ ਹੈਗਾ, ਚਾਈਨਾ ਨਾਲ ਬੈਠਾ ਹੋਇਆ। ਜੇ ਉੱਥੇ ਆਰਮੀ ਨੂੰ ਤੁਸੀਂ ਵਕਤ ਦੇ ਉੱਤੇ ਪੂਰੀ ਪਾਵਰਸ ਦਿੱਤੀਆਂ ਜਾਣ ਤੇ ਇਹ ਘਟਨਾਵਾਂ ਹੋਣੀਆਂ ਹੀ ਨਹੀਂ ਸੀ। ਇਹ ਕਿਉਂ ਹੋਈਆਂ?
ਇਹ ਵੀ ਲੋਕ ਇਤਰਾਜ਼ ਕਰਦੇ ਨੇ। ਸੋ ਕੁੱਲ ਮਿਲਾ ਕੇ ਗੱਲ ਇਹ ਆਂਦੀ ਪਈ ਹੈ ਜਿਹੜੀ ਅਗਲੇ ਮੁੱਦੇ ਦੇ ਨਾਲ ਵੀ ਜੁੜਦੀ ਹੈ ਕਿ ਭਾਜਪਾ ਸ਼ਾਸਿਤ ਸੂਬਿਆਂ ਦੇ ਵਿੱਚ ਦਲਿਤ ਔਰਤਾਂ ਤੇ ਆਦੀਵਾਸੀਆਂ ਦੇ ਨਾਲ ਜੋ ਵਿਵਹਾਰ ਹੋ ਰਿਹਾ ਹੈ ਉਹ ਕਾਬਿਲੇ ਬਰਦਾਸ਼ਤ ਨਹੀਂ ਹੈ, ਉਹ ਜਾਇਜ਼ ਨਹੀਂ ਹੈ, ਐਕਸੈਪਟੇਬਲ ਨਹੀਂ ਹੈ। ਇਹ ਪੰਜਾਬ ਸਰਕਾਰ ਨੇ ਵੀ ਸਟੇਟਮੈਂਟ ਦਿੱਤੀ। ਹਾਂ, ਇਹ ਜਿਹੜੀ ਅਸੀਂ ਹੁਣ ਗੱਲ ਕੀਤੀ ਹੈ ਨਾ, ਜਿਹੜਾ ਹੁਣ ਮਸਲਾ ਲਿਆ ਉਹਦੇ ਨਾਲ ਕਾਫੀ ਮਿਲਦਾ ਜੁਲਦਾ ਹੈਗਾ। ਤੁਸੀਂ ਇਹ ਗੱਲ ਕਹੀ ਵੀ ਹੈ ਕਿ ਜਿਹੜੇ ਇਹਨਾਂ ਦੇ ਸ਼ਾਸਤ ਪ੍ਰਦੇਸ਼ ਨੇ ਉਹਨਾਂ ਦੇ ਵਿੱਚ ਹੀ ਸਾਰਾ ਕੁਝ ਜਿਹੜਾ ਰੌਲਾ ਰੱਪਾ ਜਾਂ ਮਾਰ ਤਾੜਾ ਜਾਂ ਉੱਥੇ ਖੂਨ ਖਰਾਬਾ ਉਹਨਾਂ ਸੂਬਿਆਂ 'ਚ ਹੋ ਰਿਹਾ, ਡਬਲ ਇੰਜਨ ਕਹਿੰਦੇ ਨੇ ਉਹਨਾਂ 'ਚ ਹੋ ਰਿਹਾ। ਫਿਰ ਜੇ ਉੱਥੇ ਇਹਨਾਂ ਦੀ ਆਪਣੀ ਪਾਵਰ ਆ, ਜੇ ਆਪਣਾ ਉੱਥੇ ਹੁਕਮ ਚੱਲਦਾ ਹੈਗਾ ਤੇ ਫਿਰ ਉੱਥੇ ਕਿਹਨੇ ਹੁਕਮ ਦੇਣਾ? ਅਰਸ਼ਾਂ ਤੋਂ ਤੇ ਦੇਵਤੇ ਆਉਣੇ ਨਹੀਂ ਜਾਂ ਕਿਸੇ ਅਵਤਾਰ ਪੈਗੰਬਰ ਨੇ ਤੇ ਆਉਣਾ ਨਹੀਂਗਾ। ਇਹ ਧਰਤੀ ਤੇ ਬੈਠੇ ਜਿਹੜੇ ਸ਼ਾਸਕ ਨੇ ਉਹਨਾਂ ਨੇ ਕਹਿਣਾ ਹੈਗਾ ਕਿ ਇਹ ਰੋਕ ਲਾ ਦਿਓ। ਰੋਕਣ ਲਈ ਸਾਡੇ ਕੋਲ ਫੋਰਸਾਂ ਨੇ, ਸਾਡੇ ਕੋਲ ਸਿਕਿਉਰਿਟੀ ਹੈ, ਸਾਡੇ ਕੋਲ ਹਥਿਆਰਬੰਦ ਫੌਜਾਂ ਨੇ। ਉਹਨਾਂ ਨੂੰ ਕਿਉਂ ਨਹੀਂ ਅਜੇ ਤੱਕ ਹੁਕਮ ਹੋਇਆ? ਸਾਡੇ ਡਿਫੈਂਸ ਮਿਨਿਸਟਰ ਜਿਹੜੇ ਹੈਗੇ ਉਹ ਕੀ ਦੇਖ ਰਹੇ ਆ? ਇੰਟਰਨਲ ਤੇ ਐਕਸਟਰਨਲ ਦੋ ਤਰ੍ਹਾਂ ਦੀ ਸਿਕਿਉਰਿਟੀ ਹੁੰਦੀ ਹੈ। ਐਕਸਟਰਨਲ ਸਿਕਿਉਰਿਟੀ ਜਿਹੜਾ ਵਿਦੇਸ਼ ਮੰਤਰੀ ਦੇਖ ਰਹੇ ਹੁੰਦੇ ਆ, ਜਿਸ 'ਚ ਉਹ ਆਪ ਦੇਖਦੇ ਆ ਚਾਈਨਾ ਨਾਲ ਮੰਨ ਲਓ ਲੜਾਈ ਹੁੰਦੀ ਹੈ, ਜਿਸ ਤਰ੍ਹਾਂ ਤੁਸੀਂ ਕਿਹਾ ਚਾਈਨਾ ਬਾਰਡਰ 'ਤੇ ਹੈਗਾ ਇੰਫਾਲ ਤੇ ਸਾਰਾ, ਉਹ ਤਾਂ ਚਾਈਨਾ ਬਾਰਡਰ ਨਾਲ ਗੱਲ ਹੋ ਗਈ। ਐਕਸਟਰਨਲ ਜਿਹੜੀ ਇੰਟਰਨਲ ਹੈਗੀ ਆ ਉਹਨੂੰ ਜੇ ਨਹੀਂ ਸਾਂਭ ਸਕਦੇ ਤੇ ਬਾਹਰਲੇ ਹਮਲਿਆਂ ਨੂੰ ਕੀ ਕਰਨਗੇ? ਕੱਲ੍ਹ ਨੂੰ ਜੇ ਪਾਕਿਸਤਾਨ ਹਮਲਾ ਕਰ ਦਿੰਦਾ, ਜੇਕਰ ਤੁਸੀਂ ਚਾਈਨਾ ਇੱਧਰ ਨੂੰ ਹਮਲਾ ਕਰ ਦਿੰਦਾ ਤਾਂ ਕੀ ਰੋਕਣਗੇ? ਜਵਾਹਰ ਲਾਲ ਨਹਿਰੂ ਦਾ ਇੱਕ ਜਦੋਂ ਪ੍ਰਧਾਨ ਮੰਤਰੀ ਸੀਗੇ ਉਦੋਂ ਜਿਹੜੇ ਮੁੰਡੇ ਉੱਥੇ ਲੜਦੇ ਸੀ ਫੌਜ ਦੇ ਵਿੱਚ, ਉਹਨਾਂ ਨੂੰ ਹਥਿਆਰ ਹੀ ਨਹੀਂ ਪਹੁੰਚਾਏ। 1962 ਦੀ ਗੱਲ ਹੈ। ਉਹ ਪਹਾੜੀਆਂ ਦੇ ਵਿੱਚ ਇਰਦ ਗਿਰਦ ਖਾਲੀ ਹੱਥੀ ਘੁੰਮਦੇ ਰਹੇ, ਉਹਨਾਂ ਨੂੰ ਮੁਰਵਾਇਆ ਗਿਆ, ਉਹਨਾਂ ਵਿੱਚ ਨਹੀਂ ਵੈਪਨ ਦਿੱਤੇ ਗਏ। ਇਹ ਉਸ ਜ਼ਮਾਨੇ ਦੀ ਗੱਲ ਆ। ਹੁਣ ਵੀ ਉਹੀ ਹੈ, ਨਿਹੱਥੇ ਫੌਜੀਆਂ ਨੂੰ ਲੜਨਾ ਬਹੁਤ ਔਖਾ ਹੁੰਦਾ। ਔਰ ਜਿਹਦੇ ਕੋਲ ਵੈਪਨ ਹੀ ਹੈ ਨਹੀਂ, ਉਹ ਜਿਹਦੇ ਕੋਲ ਰਾਈਫਲ ਹੈ ਨਹੀਂ, ਉਹ ਕੀ ਕਦ ਨਾਲ ਲੜੂਗਾ? ਜ਼ਬਾਨ ਨਾਲ ਲੜੂਗਾ। ਲੜਾਈ ਸਿਰਫ ਹਥਿਆਰਾਂ ਦੀ ਹੁੰਦੀ ਹੈ। ਇਹ ਵੀ ਗੱਲ ਹੁਣ ਉਸੇ ਤਰ੍ਹਾਂ ਦੇ ਉੱਥੇ ਉਸੇ ਨੁਕਤੇ 'ਤੇ ਆ ਪਹੁੰਚੀ ਹੈ ਕਿ ਜਿਹੜੇ ਸ਼ਾਸਤ ਪ੍ਰਦੇਸ਼ ਨੇ, ਜਿੱਥੇ ਇਹਨਾਂ ਦੀ ਡਿਊਟੀ ਹੈ, ਜਿੱਥੇ ਇਹਨਾਂ ਦਾ ਆਪਣਾ ਹੁਕਮ ਚੱਲਦਾ, ਉਹਦੇ 'ਤੇ ਹੀ ਸਾਰਾ ਕੁਝ ਹੁੰਦਾ। ਉੱਥੇ ਗੜਬੜ ਹੁੰਦੀ ਹੈ, ਉਹ ਹੋ ਰਹੀ ਹੈ। ਔਰ ਇਹਨੂੰ ਜੇ ਕੰਟਰੋਲ ਕਰਨਾ ਚਾਹੁਣ ਤਾਂ ਕੰਟਰੋਲ ਵੀ ਕਰ ਸਕਦੇ ਆ, ਕਿਉਂ ਨਹੀਂ ਹੁੰਦਾ? ਜੇ ਕਿਤੇ ਬਗਾਵਤ ਹੁੰਦੀ ਜਾਂ ਕੁਝ ਹੁੰਦਾ ਹੈ ਤੇ ਸਾਰਾ ਕੁਝ ਉਸੇ ਤਰ੍ਹਾਂ ਕੰਟਰੋਲ ਕਰਨਾ ਸਰਕਾਰ ਦਾ ਕੰਮ ਹੁੰਦਾ। ਕੇਂਦਰ ਸਰਕਾਰ ਕਰਦੀ ਹੈ, ਜੇ ਸੂਬਾ ਸਰਕਾਰ ਦੇ ਹੱਥੋਂ ਨਿਕਲ ਜਾਂਦਾ। ਇਹਨਾਂ ਦੇ ਵਿੱਚ ਇਹ ਪਤਾ ਕਿ ਸੂਬਾ ਸਰਕਾਰ ਤਾਂ ਇਹਨਾਂ ਦੀ ਹੈਗੀ। ਬਰਨ ਸਿੰਘ ਜੀ ਉੱਥੇ ਜਿਹੜੇ ਮੁੱਖ ਮੰਤਰੀ ਆ, ਉਹ ਕੀ ਦੇਖਦੇ ਆ? ਉਹ ਕਿਹੜੀ ਮੱਸਿਆ ਦਾ ਜਿਹੜਾ ਸਮਾਗਮ ਵੇਖਣਾ ਚਾਹੁੰਦੇ ਵੀ ਉਹ ਆਊਗੀ, ਜਾਂ ਉਹ ਨਛੱਤਰ ਖੁੱਲੂਗਾ ਤਾਂ ਫਿਰ ਮੈਂ ਹੁਕਮ ਕਰੂੰਗਾ, ਜਾਂ ਉਹਦੇ ਵਿੱਚ ਹੁਣ ਸਾਰੀਆਂ ਵਿਰੋਧੀ ਪਾਰਟੀ ਨੇ ਕਹਿਤਾ ਕਿ ਅਸਤੀਫਾ ਦੇ ਦੇਣ, ਇੱਥੋਂ ਨਿਕਲ ਜਾਣ, ਦੂਜੀ ਆ ਜਾਣ, ਦੂਜਾ ਕੀ ਡਿਸੀਜਨ ਲਊਗਾ? ਹੁਣ ਇਹ ਸਾਰੇ ਚੁੱਪ ਨੇ। ਚੁੱਪ ਵੱਟੀ ਹੋਣ ਤੋਂ ਬਾਅਦ ਇਹ ਸਾਰਾ ਤਸ਼ੱਦਦ ਹੋ ਗਿਆ। ਸਭ ਤੋਂ ਵੱਡੀ ਬੇਪਤੀ ਜਿਹੜੀ ਔਰਤਾਂ ਦੀ ਹੋਈ, ਆਪਾਂ ਬਹੁਤ ਵਾਰੀ ਬਾਰ-ਬਾਰ ਕਿਹਾ ਵੀ ਹੈਗਾ, ਇਹ ਸਭ ਤੋਂ ਵੱਡਾ ਸਾਡੇ ਲੋਕਤੰਤਰ ਨੂੰ ਧੱਕਾ ਔਰ ਸਭ ਤੋਂ ਵੱਡਾ ਪਾਪ ਹੈ, ਗੁਨਾਹ ਵਾ ਜਿਹੜਾ ਹੁਣ ਇਹਨਾਂ ਕਰ ਲਿਆ ਹੈਗਾ। ਅਸ ਇਹੋ ਜਿਹੇ ਗੁਨਾਹ ਬਖਸ਼ੇ ਨਹੀਂ ਜਾਂਦੇ ਹੁੰਦੇ। ਉਹ ਔਰਤਾਂ, ਉਹ ਪਰਿਵਾਰ, ਉਹ ਬੱਚੇ ਕਿਸ ਤਰ੍ਹਾਂ ਰੋਂਦੇ ਹੋਣਗੇ, ਕੀ ਖਾਂਦੇ ਹੋਣਗੇ, ਕਿਹੜੀ ਚਿੰਤਾ 'ਚ ਡੁੱਬੇ ਹੋਣਗੇ, ਜਿਨ੍ਹਾਂ ਨੂੰ ਬੜੇ ਬੁਰੀ ਤਰ੍ਹਾਂ ਇਸ ਤਰ੍ਹਾਂ ਦਾ ਨਿਰਵਸਤ ਕਰਕੇ ਘੁਮਾਇਆ ਗਿਆ। ਇਹ ਕਿਹੜੇ ਦੇਸ਼ ਦੀ ਆਜ਼ਾਦੀ ਹੈ? ਇੱਧਰੋਂ ਤਾਂ ਅੰਗਰੇਜ਼ ਤਾਂ ਬ੍ਰਿਟਿਸ਼ ਲੋਕ ਸਾਰੇ ਕਹਿ ਰਹੇ ਆ ਚਿੰਤਕ, ਉਹ ਚੰਗੇ ਸੀ, ਉਹਨਾਂ ਇਹੋ ਜਿਹਾ ਵਾਕਿਆ ਤੇ ਇਹੋ ਜਿਹੀ ਮਾੜੀ ਘਟਨਾ ਨਹੀਂ ਸੀ ਹੋਣ ਦਿੱਤੀ, ਇਹੋ ਜਿਹੇ ਹਾਦਸੇ ਨਹੀਂ ਸੀ ਹੋਣ ਦਿੱਤੇ। ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ। ਜੀ ਜੀ। ਔਰ ਤੁਸੀਂ ਪੰਡਿਤ ਨਹਿਰੂ ਜੀ ਦੀ ਵੀ ਗੱਲ ਕੀਤੀ ਹੈ। ਲੋਕਤੰਤਰ ਨੂੰ ਕਿਸ ਦਿਸ਼ਾ ਵੱਲ ਲੈ ਕੇ ਜਾਣਾ ਹੈ, ਇਹ ਆਗੂ ਵੀ ਤੈਅ ਕਰਦੇ ਨੇ, ਜਨਤਾ ਵੀ ਤੈਅ ਕਰਦੀ ਹੈ। ਔਰ ਜਿੱਦਾਂ ਪੰਡਿਤ ਨਹਿਰੂ ਜੀ ਦੀ ਤੁਸੀਂ ਗੱਲ ਕੀਤੀ, ਹਰ ਸਮੇਂ ਦੀ ਆਪਣੀ ਲੋੜ ਹੁੰਦੀ ਹੈ ਤੇ ਲੋਕਤੰਤਰ ਦੀ ਪਰਿਭਾਸ਼ਾ ਨੂੰ ਵੀ ਲੋਕ ਜਿਹੜੇ ਪਾਵਰਫੁਲ ਨੇ ਬਦਲ ਵੀ ਲੈਂਦੇ ਨੇ, ਕਈ ਵਾਰ ਬਦਲੀ ਵੀ ਜਾਂਦੀ ਹੈ, ਕਈ ਵਾਰ ਲੋਕਾਂ ਦੀ ਜੋ ਸੋਚ ਹੈ ਉਹਦੇ ਮੁਤਾਬਿਕ ਵੀ ਲੋਕਤੰਤਰ ਦੀ ਪਰਿਭਾਸ਼ਾ ਬਦਲਦੀ ਹੈ। ਹਰ ਸਮੇਂ ਦੇ ਵਿੱਚ ਲੋਕ ਆਪਣੀ ਪਰਿਭਾਸ਼ਾ ਦਿੰਦੇ ਨੇ ਲੋਕਤੰਤਰ ਦੀ, ਪਰ ਆਧਾਰ ਇੱਕੋ ਹੀ ਰਹਿੰਦਾ, ਹਿਊਮਨ ਰਾਈਟਸ, ਮਨੁੱਖੀ ਅਧਿਕਾਰ, ਉਹ ਆਧਾਰ ਜ਼ਰੂਰ ਰਹਿੰਦਾ ਹੈ। ਸੋ ਆਪਾਂ ਗੱਲ ਕੀਤੀ ਕਿ 1962 ਦੀ ਜਿਹੜੀ ਵਾਰ ਹੋਈ ਹੈ ਚਾਈਨਾ ਦੇ ਨਾਲ, ਉਹਦੇ ਵਿੱਚ ਵੀ ਕੁਝ ਖਾਮੀਆਂ ਰਹੀਆਂ ਜਿਸ ਕਰਕੇ ਅਸੀਂ ਹਾਰੇ। ਬਹੁਤ ਮੁੰਡੇ ਮਰਵਾਏ ਨੇ ਤੇ ਅੱਜ ਵੀ ਕਈ ਖਾਮੀਆਂ ਨੇ, ਅੱਜ ਵੀ ਐਡਮਿਨਿਸਟ੍ਰੇਸ਼ਨ ਦੇ ਵਿੱਚ ਖਾਮੀਆਂ ਨੇ। ਜਿੱਦਾਂ 4 ਜੁਲਾਈ ਦੀ ਜਿਹੜੀ ਘਟਨਾ ਹੈ ਉਹਦੀ ਵੀਡੀਓ ਤੁਹਾਨੂੰ 4 ਮਈ ਦੀ ਘਟਨਾ ਦੀ ਵੀਡੀਓ 2 ਮਹੀਨੇ ਬਾਅਦ, 2 months ਇਜ਼ ਅ ਹੈਲ ਆਫ ਟਾਈਮ, ਔਰ 2 ਮਹੀਨੇ ਬਾਅਦ ਤੁਹਾਨੂੰ ਪਤਾ ਲੱਗਦਾ ਪਿਆ ਕਿ ਇਹ ਘਟਨਾ ਹੋਈ। ਸੋ ਇਹ ਵੀ ਖਾਮੀ ਹੈ ਆਪਣੀ। ਸੋਸ਼ਲ ਮੀਡੀਆ ਦੇਖੋ, ਸੋਸ਼ਲ ਮੀਡੀਆ ਦੇ ਚੁਟਕੀ ਚ ਆ ਜਾਂਦਾ ਸਾਰਾ ਕੁਝ, ਤੇ 2 ਮਹੀਨੇ ਬੰਦ ਹੈ, ਆਇਆ ਹੀ ਨਹੀਂ ਕੁਝ, ਇੰਟਰਨੈਟ ਬੰਦ ਹੈ। ਇੰਟਰਨੈਟ ਬੰਦ ਹੈ। ਔਰ ਜਦੋਂ ਇੰਟਰਨੈਟ ਖੁੱਲਿਆ ਚੀਜ਼ਾਂ ਵਾਇਰਲ ਹੋਣੀਆਂ ਸ਼ੁਰੂ ਹੋਈਆਂ, ਪਰ ਐਡਮਿਨਿਸਟ੍ਰੇਸ਼ਨ ਨੂੰ ਤਾਂ ਪਤਾ ਹੈ ਨਾ ਕਿੱਥੇ ਕੀ ਹੋ ਰਿਹਾ, ਕੀ ਜਵਾਬ ਹੈ ਇਹਦਾ? ਕੋਈ ਜਵਾਬ ਨਹੀਂ। ਹੁਣ ਉਸ ਲੜਕੀ ਦੀ ਕੀ ਕੰਪਨਸੇਸ਼ਨ ਦਿਓਗੇ? ਕੀ ਤੁਸੀਂ ਉਹਨੂੰ ਮੁਆਵਜ਼ਾ ਦੇ ਦਿਓਗੇ ਜਿਹਦੀ ਇਦਾਂ ਬੇਪਤੀ ਹੋਈ ਹੈ, ਬਿਲਕੁਲ, ਜਿਸ ਨਾਲ ਗੈਂਗ ਰੇਪ ਹੋਇਆ? ਕੀ ਕਰੋਗੇ ਤੁਸੀਂ? ਬੜੀ ਸ਼ਰਮਿੰਦਗੀ ਦੀ ਗੱਲ ਹੈ। ਔਰ ਪੂਰੀ ਦੁਨੀਆ ਦੇ ਵਿੱਚ ਸਾਡੇ ਭਾਰਤ ਦਾ ਜੋ ਅਕਸ ਬਣਦਾ ਪਿਆ, ਤੁਸੀਂ ਦੇਖੋ ਕੀ ਬਣਦਾ ਪਿਆ। ਜਿਹਨੂੰ ਲੋਕ ਕਹਿੰਦੇ ਜੰਗਲੀ ਰਾਜ, ਉਹ ਹੈ ਜੰਗਲੀ ਰਾਜ, ਜਿੱਦਾਂ ਜੰਗਲ ਚ ਆਦ ਮਨੁੱਖ ਜਿਹੜਾ ਸੀਗਾ ਇੱਕ ਦੂਜੇ ਨੂੰ ਮਾਰਦੇ ਸੀ, ਪੱਤੇ ਖਾਂਦੇ ਸੀ, ਇਸ ਤਰ੍ਹਾਂ ਪੱਤਿਆਂ ਨਾਲ ਲਪੇਟ ਕੇ ਆਪਣੇ ਬਸਤਰ ਬਣਾ ਕੇ ਰੱਖਦੇ ਸੀ। ਉਹ ਗੱਲ ਬਣ ਗਈ ਹੈਗੀ ਕਿ ਨਾ ਉਹਨਾਂ ਦੀ ਭਾਸ਼ਾ ਸੀ ਸਮਝ ਆਉਂਦੀ, ਨਾ ਉਹਨਾਂ ਦਾ ਕਹਿਣਾ ਜਾਂ ਰਹਿਣਾ ਸਮਝ ਆਉਂਦਾ ਸੀਗਾ। ਉਦੋਂ ਸਿਵਲਾਈਜੇਸ਼ਨ ਨਹੀਂ ਸੀ,
ਹੈ ਨਾ, ਅਨਸਿਵਲਾਈਜ਼ਡ ਲੋਕ ਸੀ। ਹੁਣ ਜਦੋਂ ਸਿਵਲਾਈਜੇਸ਼ਨ ਆ ਗਈ ਹੈ, ਪੜ੍ਹ ਲਿਖ ਗਏ ਆ, ਸਕੂਲ ਖੁੱਲ੍ਹ ਗਏ ਆ, ਮਦਰਸੇ ਖੁੱਲ੍ਹ ਗਏ, ਸਾਰਾ ਕੁਛ ਹੋ ਗਿਆ, ਲੋਕ ਸਵਾਰਥੀ ਹੋ ਗਏ। ਉਹ ਸਵਾਰਥ ਨੇ ਸਾਰਾ ਕੁਛ ਇਹ ਘਟਨਾਵਾਂ ਵਾਪਰ ਪਈਆਂ, ਇਹ ਹਾਦਸੇ ਵਾਪਰ ਗਏ ਆ, ਇਹ ਕਾਲੀਆਂ ਰਾਤਾਂ ਆ ਗਈਆਂ ਤੇ ਫਿਰ ਉਸੇ ਤਰ੍ਹਾਂ ਦਾ ਹੋਇਆ। ਪਹਿਲਾਂ ਕਿਸਾਨ ਅੰਦੋਲਨ ਨੇ ਕਿੰਨਾ ਕੁਛ ਕੀਤਾ, ਦਿੱਲੀ ਘੇਰੀ ਗਈ, ਦਿੱਲੀ ਦੇ ਵਿੱਚ ਗਏ, ਕਾਲੇ ਕਾਨੂੰਨ ਬਣੇ, ਉਹ ਵਾਪਸ ਲੈਣੇ ਪਏ। ਫਿਰ ਵਾਪਸ ਲੈਣ ਤੋਂ ਬਾਅਦ ਅਜੇ ਵੀ ਕਿਸਾਨਾਂ ਦੀ ਕੋਈ ਦੁਰਦਸ਼ਾ ਉਸੇ ਤਰ੍ਹਾਂ ਦੀ ਹੈ, ਉਸੇ ਹੀ ਸਥਿਤੀ ਚੋਂ ਗੁਜ਼ਰ ਰਿਹਾ। ਸਥਿਤੀ ਉਹੀ ਬਣੀ ਹੋਈ ਹੈ ਜੀ। ਔਰ ਸਥਿਤੀ ਦੀ ਆਪਾਂ ਗੱਲ ਕਰਾਂਗੇ ਜੀ। ਕਿ ਜਿਹੜੀ ਸਥਿਤੀ ਜੰਮੂ ਕਸ਼ਮੀਰ ਦੇ ਵਿੱਚ ਬਣੀ ਹੋਈ ਹੈ 370 ਦੀ ਔਰ ਸੁਪਰੀਮ ਕੋਰਟ ਇਹ ਗੱਲ ਕਹਿ ਰਹੀ ਹੈ ਕਿ ਜਦੋਂ ਲੋਕ ਚਾਹੁੰਦੇ ਨੇ ਕਿ 370 ਹਟਾ ਦਿੱਤੀ ਜਾਏ ਤਾਂ ਫਿਰ ਕਿਉਂ ਨਹੀਂ ਹਟਾਈ ਜਾ ਰਹੀ, ਜੰਮੂ ਕਸ਼ਮੀਰ ਦੇ ਵਿੱਚ ਕੀ ਕਾਰਨ ਨੇ, ਕਿਉਂ ਇਹ ਧਾਰਾ ਲਾਗੂ ਹੈ ਤੇ ਇਸ ਵਕਤ ਉੱਤੇ ਕੀ ਸਥਿਤੀ ਹੈ ਤੇ ਕਿੰਨਾ ਕੰਟਰੋਲ ਹੈਗਾ, ਕਿਉਂਕਿ ਯੂਨੀਅਨ ਟੈਰੀਟਰੀ ਬਣਾ ਦਿੱਤੀ ਗਈ ਹੈ, ਸੈਂਟਰ ਦਾ ਕੰਟਰੋਲ ਕਿੱਦਾਂ ਦਾ ਹੈ ਤੇ ਐਡਮਿਨਿਸਟ੍ਰੇਸ਼ਨ ਕੀ ਕਹਿੰਦੀ ਹੈ ਤੇ ਲੋਕਾਂ ਨਾਲ ਤਾਲਮੇਲ ਕਿੱਦਾਂ ਦਾ ਹੈ, ਲੋਕਾਂ ਦਾ ਦਿਲ ਕੀ ਚਾਹੁੰਦਾ ਹੈ। ਇਹ ਸੁਪਰੀਮ ਕੋਰਟ ਦਾ ਇੱਕ ਵਰਡਿਕਟ ਹੈ ਕਿ ਇਹ ਲੋਕ ਕੀ ਚਾਹੁੰਦੇ ਨੇ। ਹਾਂ, ਇਹ 'ਚ ਕਪਿਲ ਸਿੱਬਲ ਜਿਹੜੇ ਕਾਂਗਰਸ ਦੇ ਨੇਤਾ ਰਹੇ ਆ, ਉਹਨਾਂ ਨੇ ਇਹ ਵਕਾਲਤ ਕੀਤੀ ਆ। ਉਹਨਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਕਿਉਂ ਨਹੀਂ ਬੰਦ ਕਰਾਉਣਾ ਚਾਹੁੰਦੇ, ਇਹਦੇ 'ਚ ਕਿਉਂ ਨਹੀਂ, ਜਦੋਂ ਲੋਕ ਚਾਹੁੰਦੇ ਆ ਕਿ ਇਹਨੂੰ ਬਰਖਾਸਤ ਕੀਤਾ ਜਾਵੇ, ਇਹਦੇ 'ਚ ਇਹ ਧਾਰਾ ਜਿਹੜੀ ਹੈਗੀ ਆ ਉਹਨੂੰ ਇਸੇ ਤਰ੍ਹਾਂ ਸਥਿਰ ਨਾ ਰੱਖਿਆ ਜਾਵੇ। ਪਰ ਉਹਨਾਂ ਅੱਗੇ ਕਿਹਾ ਗਿਆ ਕਿ ਉਦੋਂ ਦੇ ਰਾਜਾ ਹਰੀ ਸਿੰਘ ਹੁੰਦੇ ਸੀਗੇ, ਇਹ ਸੰਵਿਧਾਨ ਵੱਖਰਾ ਸੀਗਾ ਇਹਦਾ JNK ਦਾ, ਉਸ ਸੰਵਿਧਾਨ ਦੇ ਅਕੋਰਡਿੰਗ ਜੋ ਕੀਤਾ ਗਿਆ ਹੈਗਾ ਉਹਨੂੰ ਕੋਈ ਬਦਲ ਨਹੀਂ ਸਕਦਾ, ਸਥਿਰ ਰਹਿੰਦਾ ਹੈਗਾ। ਅਜੇ ਤੱਕ ਸੰਵਿਧਾਨ ਪੜ੍ਹਨ ਲੱਗਿਆ ਹੀ ਨਹੀਂ ਸਮਝ ਆ ਰਹੀ। ਔਰ ਜਿਹੜੇ ਚਿੰਤਕ ਨੇ ਉਹਨਾਂ ਨੇ ਕਹਿਤਾ ਸਿੱਧਾ ਹੀ ਕਿ ਸੰਵਿਧਾਨ ਇੰਨਾ ਕਠੋਰ ਨਹੀਂ, ਇਹ ਫਲੈਕਸੀਬਲ ਵੀ ਹੈ, ਰਿਜਿਡ ਵੀ ਹੈ। ਜੇ ਫਲੈਕਸੀਬਿਲਿਟੀ ਇਹਦੇ 'ਚ ਹੈਗੀ ਹੈ ਤੇ ਵੀ ਕੈਨ ਚੇਂਜ ਅਕੋਰਡਿੰਗ ਟੂ ਦਾ ਅਮੈਂਡਮੈਂਟ, ਕੋਈ ਵੀ ਤਬਦੀਲੀ ਹੋ ਕੇ ਇਹਦੇ ਵਿੱਚ ਹੋ ਸਕਦੀ ਆ। ਇਹਦੇ ਵਿੱਚ ਲੋਕ ਸਭਾ ਰਾਜ ਸਭਾ ਦੇ ਮੈਂਬਰ ਨੇ ਜਾਂ ਜੂਰੀ ਬਣ ਜਾਂਦੀ ਹੈ, ਇਹਦੇ ਵਿੱਚ ਤਬਦੀਲੀ ਆ ਸਕਦੀ ਹੈ। ਔਰ ਉਹਨਾਂ ਨੇ ਕਿਹਾ ਸੀ ਪਹਿਲਾਂ ਲੋਕਾਂ ਨੂੰ ਇਸ ਤਰ੍ਹਾਂ ਭੱਬਲ ਭੂਸੇ 'ਚ ਪਾਇਆ ਸੀ ਸਰਕਾਰਾਂ ਨੇ ਕਿ ਇਹਦੇ ਵਿੱਚ ਜ਼ਮੀਨ ਲੈ ਸਕਦੇ ਆ, ਇਹਦੇ ਵਿੱਚ ਇੱਥੇ ਪਸ਼ੂ ਖਰੀਦ ਸਕਦੇ ਆ, ਇਹਦੇ ਵਿੱਚ ਹਰ ਜਗ੍ਹਾ 'ਤੇ ਬਾਗ ਲਾ ਸਕਦੇ ਆ ਔਰ ਇਹਦੇ ਵਿੱਚ ਆਜ਼ਾਦੀ ਨਾਲ ਰਹਿ ਸਕਦੇ ਆ। ਉਹਦੇ ਵਿੱਚ ਮੁਸਲਿਮ ਮੈਜੋਰਿਟੀ 'ਚ ਹੈਗੇ ਆ, ਮੁਸਲਿਮ ਜਿਹੜੇ ਹੈਗੇ ਉਹ ਉੱਥੇ ਨਹੀਂ ਰਹਿਣ ਦੇਣਗੇ। ਹਿੰਦੂ ਜਿਹੜੀ ਕਮਿਊਨਿਟੀ ਹੈ ਥੋੜ੍ਹੀ ਹੈਗੀ, ਉੱਥੇ ਵੀ ਧਰਮ ਦਾ ਰੌਲਾ ਹੈਗਾ, ਅੱਜ ਤੋਂ ਨਹੀਂ ਆਜ਼ਾਦੀ ਤੋਂ ਪਹਿਲਾਂ ਦਾ ਹੈਗਾ। ਔਰ ਇਹਨਾਂ ਨੇ ਕਹਿਤਾ ਮਕਬੂਜ਼ਾ ਕਸ਼ਮੀਰ ਜਿਹੜਾ ਸੀਗਾ, ਜਿਹੜਾ ਆਜ਼ਾਦ ਕਸ਼ਮੀਰ ਸੀਗਾ, ਉਹ 'ਚੋਂ ਉੱਠ ਕੇ ਲੋਕ ਇੱਥੇ ਆ ਗਏ ਆ, ਇਹਦੀ ਟ੍ਰਾਂਸਫਰਮੇਸ਼ਨ ਹੋ ਚੁੱਕੀ ਆ। ਔਰ ਤੀਜਾ ਜਿਹੜਾ ਉਹਦੇ ਵਿੱਚ ਜਿਹੜਾ ਸੁਖਬੀਰ ਬਾਦਲ ਨੇ ਕਹਿਤਾ ਕਿ ਉਹਦੇ ਵਿੱਚ ਸੀਟਾਂ ਵੀ ਰਿਜ਼ਰਵ ਹੋਣੀਆਂ ਚਾਹੀਦੀਆਂ, ਜਿਹੜੇ ਸਿੱਖ ਕਮਿਊਨਿਟੀ ਰਹਿੰਦੇ ਆ, ਸਾਡੀਆਂ 2-3 ਸੀਟਾਂ ਉੱਥੋਂ ਸਾਨੂੰ ਮਿਲਣੀਆਂ ਚਾਹੀਦੀਆਂ। ਹੁਣ ਐਸਾ ਉੱਥੇ ਜਿਹਨੂੰ ਪੰਜਾਬੀ 'ਚ ਭੱਬਲ ਭੂਸਾ ਪਾਇਆ, ਜਿੰਨਾ ਐਸਾ ਉੱਥੇ ਅੰਧ ਗੁਬਾਰ ਚੱਲ ਰਿਹਾ, ਅਜੇ ਤੱਕ ਕੋਈ ਕਲੀਅਰ ਨਹੀਂ ਗਿਆ। ਸੁਪਰੀਮ ਕੋਰਟ ਨੇ ਹੁਣ ਪੁੱਛਿਆ ਇਹਨਾਂ ਨੂੰ ਕਿ ਸਰਕਾਰ ਨੂੰ ਪੁੱਛਿਆ ਗਿਆ ਕਿ ਤੁਸੀਂ ਬਰਖਾਸਤ ਕਰਨਾ ਚਾਹੋਗੇ, ਲੋਕ ਚਾਹੁੰਦੇ ਆ। ਜਾਚਕਾਂ ਦੀ ਸੁਣਵਾਈ ਹੋ ਗਈ ਹੈ, ਜਿਹੜੀਆਂ ਉੱਥੇ ਰਿਟ ਪਈਆਂ ਸੀ, ਰਿਟ ਪਟੀਸ਼ਨ ਸੀ, ਉਹਨਾਂ ਦੀ ਸੁਣਵਾਈ ਹੋ ਚੁੱਕੀ ਹੈ। ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਲੋਕ ਚਾਹ ਰਹੇ ਆ ਕਿ ਇਹਨੂੰ ਬੰਦ ਕੀਤਾ ਜਾਵੇ। ਔਰ ਸ਼ੇਖ ਅਬਦੁੱਲਾ ਅਮਰ ਅਬਦੁੱਲਾ ਜਿਹੜੇ ਹੈਗੇ ਸੀ, ਉਹਨਾਂ ਨੇ ਕਹਿਤਾ ਕਿ ਸਾਡੀ ਇਸ ਵੇਲੇ ਸੁਪਰੀਮ ਕੋਰਟ ਨੂੰ ਸਲਾਹ ਦੇਣ ਦੀ ਜਿਹੜੀ ਵਾਰੀ ਆ ਗਈ ਆ, ਅਸੀਂ ਉਹਨਾਂ ਕੋਲ ਸਲਾਹ ਉਹਨਾਂ ਨੂੰ ਦੇ ਸਕਦੇ ਹਾਂ। ਅਸੀਂ ਉੱਥੋਂ ਦੇ ਵਸਨੀਕ ਹਾਂ ਔਰ ਨੇਤਾ ਹਾਂ, ਅਸੀਂ ਜੋ ਕੁਝ ਸੁਝਾਅ ਦੇਣੇ ਆ, ਸਾਡੇ ਸੁਝਾਵਾਂ ਨੂੰ ਇਹਨਾਂ ਨੂੰ ਮੰਨਣਾ ਪਊਗਾ। ਅਸੀਂ ਬਰਖਾਸਤ ਕਰਨਾ ਚਾਹੁੰਦੇ ਹਾਂ, 370 ਇੱਥੇ ਨਹੀਂ ਰਹੂਗਾ। ਜਿੱਦਾਂ ਤੁਸੀਂ ਕਿਹਾ ਕਿ UT ਦੇ ਅੰਡਰ ਆ ਗਿਆ, ਉਹਦਾ ਕੇਂਦਰੀ ਸ਼ਾਸਿਤ ਪ੍ਰਦੇਸ਼ ਬਣਾ ਦਿੱਤੇ ਗਏ ਆ ਔਰ ਉੱਥੇ ਜਿਹੜੇ ਆ ਬਾਕੀ ਵੰਡ ਕੇ ਇਹਨਾਂ ਨੇ ਡਾਇਰੈਕਟਲੀ ਆਪਣੇ ਹੱਥ ਉੱਤੇ ਕਬਜ਼ਾ ਪਾ ਲਿਆ ਕੇਂਦਰ ਨੇ। ਔਰ ਉਹਦੇ ਵਿੱਚ ਕੋਈ ਉੱਥੋਂ ਦਾ ਮੁੱਖ ਮੰਤਰੀ ਜਾਂ ਉੱਥੋਂ ਦਾ ਕੋਈ ਮੰਤਰੀ ਨਹੀਂ ਰਹਿ ਕੇ, ਮੰਤਰੀ ਮੰਡਲ ਨਹੀਂ ਉੱਥੇ ਰਹਿ ਸਕਦਾ। ਉਹਦਾ ਸੰਵਿਧਾਨ ਹੀ ਵੱਖਰਾ ਕਰ ਦਿੱਤਾ, ਕਿਉਂਕਿ ਉਹ ਲੋਕ ਜਦੋਂ ਪਲੈਬੀਸਾਈਟ ਹੋਣ ਲੱਗਾ ਸੀ, ਆਪਣੀ ਜਨਮਤ ਸੰਗ੍ਰਹਿ, ਉਹਦੇ ਵਿੱਚ ਨਾ ਕਿਹਾ ਸੀ ਇਹ ਕਰ ਲਓ ਕਿ ਲੋਕ ਕਿੱਧਰ ਰਹਿਣਾ ਚਾਹੁੰਦੇ ਆ। ਫਿਰ ਬਹੁਤ ਲੋਕਾਂ ਨੇ ਕਿਹਾ, ਸਿਆਣੇ ਨੇ, ਵੀ ਇਹਨਾਂ ਕੰਮ ਕਰਵਾਇਓ, ਇਹਨਾਂ ਸਾਰਿਆਂ ਨੇ ਪਾਕਿਸਤਾਨ ਨਾਲ ਰਲ ਜਾਣਾ। ਬੇਸਿਕਲੀ ਦੇ ਆਰ ਬਿਲੋਂਗ ਟੂ ਦਾ ਮੁਸਲਿਮ ਕਮਿਊਨਿਟੀ, ਉਹ ਨਹੀਂ ਰਹਿਣਗੇ। ਇਹ ਪਵਾੜਾ ਅਜੇ ਤੱਕ ਨਹੀਂ ਖਤਮ ਹੋਇਆ। ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਸੀਗੇ ਔਰ ਉਦੋਂ ਤੱਕ ਉਦੋਂ ਸ਼ਾਂਤੀ ਰੱਖੀ ਉਹਨਾਂ ਨੇ, ਉਹ ਜਾਂਦੇ ਸੀ, ਬੋਲ ਆਉਂਦੇ ਸੀ ਔਰ ਜਿਹੜਾ ਵੀ VVIP ਜਾਂਦਾ ਸੀਗਾ ਉਹ ਥੋੜ੍ਹਾ ਦੇਰ ਰਹਿੰਦਾ ਸੀ ਉੱਥੇ। ਅਟਲ ਬਿਹਾਰੀ ਵਾਜਪਾਈ ਸਾਹਿਬ ਵੀ ਗਏ ਆ ਔਰ ਰਾਓ ਸਾਹਿਬ ਵੀ ਗਏ, ਸਾਰੇ ਗਏ, ਪਰ ਥੋੜ੍ਹੀ ਦੇਰ ਤੱਕ ਰਹੇ, ਪਰ ਰਹੀ ਸ਼ਾਂਤੀ। ਹੁਣ ਜਦੋਂ 370 ਉੱਥੇ ਆਇਦ ਕਰਤਾ, ਲਾਗੂ ਕਰਤਾ, ਉਦੋਂ ਰੌਲਾ ਪੈ ਗਿਆ। ਇਸ ਰੌਲੇ ਨੂੰ ਹੁਣ ਨਜਿੱਠਣ ਲਈ ਸੁਪਰੀਮ ਕੋਰਟ ਅੱਗੇ ਆ ਗਈ। ਸੁਪਰੀਮ ਕੋਰਟ ਹੋਰ ਵੀ ਕਈ ਮੁੱਦਿਆਂ ਤੇ ਅੱਗੇ ਆਈ ਹੈ। ਈਵਨ ਮਨੀਪੁਰ ਦੇ ਉੱਤੇ ਉਹਨੇ ਕਿਹਾ ਕਿ ਜੇ ਇੱਕ ਧੀ ਨੂੰ ਨਹੀਂ ਬਚਾ ਸਕਦੇ ਤਾਂ ਫਿਰ ਕਿਸੇ ਨੂੰ ਵੀ ਨਾ ਬਚਾਓ। ਬਹੁਤ ਵਧੀਆ ਗੱਲ, ਠੀਕ ਹੈ, ਬਿਲਕੁਲ ਕਿੰਨੀ ਵੱਡੀ ਗੱਲ ਕਹੀ ਹੈ। ਆਪ ਇੱਕ ਨਹੀਂ ਬਚਾਉਂਦੇ ਤੇ ਫਿਰ ਬਾਕੀ ਬੇਸ਼ੁਮਾਰ ਧੀਆਂ ਨੂੰ ਕੀ ਬਚਾਓਗੇ। ਬਿਲਕੁਲ ਸਹੀ ਹੈ। ਔਰ ਉਹਨਾਂ ਨੇ ਇਹ ਵੀ ਕਿਹਾ ਕਿ ਮਨੀਪੁਰ ਤੇ ਹਰਿਆਣਾ ਦੇ ਵਿੱਚ ਜੋ ਹੋ ਰਿਹਾ ਉਹ ਵੀ ਨਾਕਾਬਿਲੇ ਬਰਦਾਸ਼ਤ ਹੈ, ਉਹ ਜਾਇਜ਼ ਨਹੀਂ ਹੈ। ਸੋ ਸੁਪਰੀਮ ਕੋਰਟ ਦੇ ਜੋ ਚੀਫ ਜਸਟਿਸ ਨੇ ਸ਼੍ਰੀ ਚੰਦਰਚੂੜ ਸਿੰਘ, ਬਹੁਤ ਹੀ DY ਚੰਦਰਚੂੜ ਜੀ, ਹਾਂ DY ਚੰਦਰਚੂੜ, ਸੌਰੀ DY ਚੰਦਰਚੂੜ, ਬਹੁਤ ਹੀ ਕਾਬਿਲ ਅਫਸਰ ਨੇ ਔਰ ਜਿਹਨੂੰ ਆਪਾਂ ਕਹਿੰਦੇ ਆ ਨਾ ਪੂਰੇ ਮਤਲਬ ਸਟਰੋਂਗ ਨੇ, ਬਹੁਤ ਇੰਟੈਲੀਜੈਂਟ ਆ ਔਰ ਉਹਨਾਂ ਦੀ ਗੱਲ ਦਾ ਜਵਾਬ ਨਹੀਂ ਹੁੰਦਾ ਨਾ। ਉਹਨਾਂ ਨੇ ਇੱਕ ਬੜੀ ਪਿਆਰੀ ਸਟੇਟਮੈਂਟ ਕਹੀ ਕਿ ਕਨਸਟੀਟਿਊਸ਼ਨ ਦੇ ਵਿੱਚ, ਕਨਸਟੀਟਿਊਸ਼ਨ ਦੀ ਖੂਬਸੂਰਤੀ ਇਹ ਹੈ
ਕਿ ਜੋ ਲੋਕ ਕਨਸਟੀਟਿਊਸ਼ਨ ਦੇ ਵਿਸ਼ਵਾਸ ਨਹੀਂ ਵੀ ਕਰਦੇ ਨਾ, ਕਨਸਟੀਟਿਊਸ਼ਨ ਉਹਨਾਂ ਵਾਸਤੇ ਵੀ ਕੰਮ ਕਰਦਾ ਪਿਆ, ਬਿਲਕੁਲ ਉਹਨਾਂ ਦੇ ਭਲੇ ਵਾਸਤੇ ਵੀ ਕੰਮ ਕਰਦਾ ਹੈ। ਇਹ ਹੈ ਭਾਰਤ ਦੇ ਕਨਸਟੀਟਿਊਸ਼ਨ ਦੀ ਖੂਬਸੂਰਤੀ, ਔਰ ਦੁਨੀਆ ਦੇ ਹਰ ਇੱਕ ਕਨਸਟੀਟਿਊਸ਼ਨ ਦੀ ਇਹੀ ਖੂਬਸੂਰਤੀ ਹੈ, ਕਿਉਂਕਿ ਇਹ ਕਨਸਟੀਟਿਊਸ਼ਨ ਦੇ ਮੁਤਾਬਿਕ ਹਰ ਇੱਕ ਨੂੰ ਰਾਈਟਸ ਵੀ ਮਿਲਣਗੇ ਪਰ ਡਿਊਟੀਆਂ ਵੀ ਦੇਖਣੀਆਂ ਪੈਣਗੀਆਂ। ਸੋ ਡੀਵਾਈ ਚੰਦਰਚੂੜ, ਵੈਸੇ ਚੰਦਰਚੂੜ ਸਾਹਿਬ ਦੀ ਜਿਹੜੀ ਗੱਲ ਕੀਤੀ ਹੈ ਬੜੀ ਮਾਣਯੋਗ ਹਸਤੀ ਆ। ਉਹਨਾਂ ਦੀ ਇੱਕ ਹੋਰ ਵੀ ਗੱਲ ਹੈਗੀ ਆ, ਉਹਨਾਂ ਦੀ ਪਤਨੀ ਜਿਹੜੀ ਆ ਉਹ ਬੜਾ ਸੁਝਾਅ ਦਿੱਤੇ ਉਹਨਾਂ ਨੇ, ਉਹ ਬੜੇ ਬੇਰੁਖ ਹੋ ਗਿਆ। ਅੱਜ ਜਦੋਂ ਘਟਨਾ ਵਾਪਰੀ ਮਨੀਪੁਰ ਵਿੱਚ, ਉਹਨਾਂ ਦੀ 2 ਧੀਆਂ ਹੈਗੀਆਂ, ਉਹ ਵੀਲ ਚੇਅਰ 'ਤੇ ਹੈਗੀਆਂ, ਦਿਵੰਗ ਆ, ਉਹ ਨਹੀਂ ਚੱਲ ਸਕਦੀਆਂ। ਜਦੋਂ ਇਹ ਇਕੱਠੇ ਹੋਏ, ਉਹਨਾਂ ਨੇ ਇਕੱਠੇ ਹੋਣ ਤੋਂ ਬਾਅਦ ਜਦੋਂ ਉਹਨਾਂ ਕੁੜੀਆਂ ਨੇ ਕਿਹਾ ਕਿ ਪਾਪਾ ਅਸੀਂ ਉਹ ਜਗ੍ਹਾ ਵੇਖਣੀ ਚਾਹੁੰਦੇ ਜਿੱਥੋਂ ਹੁਕਮ ਦਿੰਦੇ ਜੇ, ਜਿੱਥੇ ਤੁਸੀਂ ਜੁਡੀਸ਼ਰੀ ਬੈਠਦੀ ਹੈ, ਜਿੱਥੇ ਜਿਊਰੀ ਬੈਠ ਕੇ ਗੱਲਾਂ ਕਰਦੀ ਹੈ, ਔਰ ਤੁਸੀਂ ਇਹ ਮੁੱਦਾ ਅੱਗੇ ਲੈ ਕੇ ਆਏ ਜੇ ਔਰਤਾਂ ਦਾ, ਧੀਆਂ ਦੀ ਬੇਪਤੀ ਦਾ, ਅਸੀਂ ਉਹ ਜਗ੍ਹਾ ਵੇਖਣੀ ਚਾਹੁੰਦੇ ਹਾਂ। ਔਰ ਦੇਖੋ 2 ਧੀਆਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਇਹ ਪਾਲ ਰਹੇ ਆ, ਇਹਨਾਂ ਦੀ ਆਪਣੇ ਢਿੱਡੋਂ ਜੰਮੀਆਂ ਨਹੀਂ, ਅਡਾਪਟਡ ਹੈਗੀਆਂ ਦੋਨੇ ਧੀਆਂ। ਉਹਨਾਂ ਨੇ ਆਪਣੇ ਉੱਥੇ ਉਹਨਾਂ ਨੂੰ ਦੱਸਿਆ ਔਰ ਲਿਆਂਦਾ ਉਹਨਾਂ ਨੇ ਸੁਪਰੀਮ ਕੋਰਟ ਦੇ ਜਿਹੜਾ ਪ੍ਰਿਮਸ ਹੈਗਾ ਉੱਥੇ ਲਿਆ ਕੇ ਉਹਨਾਂ ਨੂੰ ਦਿਖਾਇਆ। ਔਰ ਵੇਖੋ ਕੁੜੀਆਂ ਕੀ ਕੁਝ ਵੇਖਣਾ ਚਾਹੁੰਦੀਆਂ ਕਿ ਜਿੱਥੋਂ ਬੇਪਤੀ ਹੋਣ ਦਾ ਹੁਕਮ ਸੀਗਾ, ਜਿੱਥੋਂ ਉਹਨਾਂ ਨੇ ਕਿਹਾ ਸੀ ਕਿ ਬਹੁਤ ਗਲਤ ਕੰਮ ਹੋ ਗਿਆ ਜਿਹਦੇ ਵਿੱਚ ਬੇਪਤੀ ਕੀ ਹੋਈ ਆ, ਉਹ ਕੁੜੀਆਂ ਨੇ ਵੇਖਿਆ ਔਰ ਇਹ ਬੜੀ ਦੂਰ ਤੱਕ ਲੋਕਾਂ ਤੱਕ ਇਹ ਸੁਝਾ ਗਏ। ਹਾਂ ਬਿਲਕੁਲ, ਔਰ ਇਦਾਂ ਦੀਆਂ ਪਰਸਨੈਲਿਟੀਜ਼ ਜੋ ਬੈਠੀਆਂ ਨੇ ਨਾ ਭਾਰਤ ਦੇ ਅੰਦਰ, ਜੀ ਕਾਬਿਲ ਲੋਕ ਬੈਠੇ ਨੇ, ਉਹਨਾਂ ਦੇ ਸਿਰ ਦੇ ਉੱਤੇ ਹੀ ਇਹ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਕੰਮ ਕਰ ਰਿਹਾ ਹੈ। ਵੈਸੇ ਤੇ ਦੁਨੀਆ ਦੇ ਲੋਕ ਜਾਣਦੇ ਵੀ ਨੇ ਕਿ ਬਾਹਰ ਤੋਂ ਸਿਕਿਉਰਿਟੀ ਤਾਂ ਹੋ ਜਾਂਦੀ ਹੈ, ਪਰ ਜਿਹੜੇ ਘਰ ਦੇ ਅੰਦਰ ਦੁਸ਼ਮਣ ਬੈਠੇ ਨੇ ਨਾ, ਉਹਨਾਂ ਨੂੰ ਪਛਾਣਨਾ ਮੁਸ਼ਕਲ ਹੁੰਦਾ, ਕਿਉਂਕਿ ਉਹ ਦੋਸਤ ਦੇ ਰੂਪ ਦੇ ਵਿੱਚ ਬੈਠੇ ਹੁੰਦੇ ਨੇ। ਉਦੋਂ ਪਤਾ ਲੱਗਦਾ ਜਦੋਂ ਪਿੱਠੇ 'ਚ ਛੁਰਾ ਮਾਰਦੇ। ਘਰ ਦਾ ਭੇਤੀ ਲੰਕਾ ਢਾਏ, ਉਹ ਹੈ ਲੋਕ ਮੁਹਾਵਰੇ ਬਣੇ, ਜਿਹੜੇ ਲੋਕ ਮੁਹਾਵਰੇ ਉਹ ਸੱਚੇ ਹੁੰਦੇ, ਸੱਚੇ ਨੇ। ਭੇਦ ਜਿਹੜਾ ਅੰਦਰੋਂ ਜਾਂਦਾ, ਬਿਲਕੁਲ ਭੇਦ ਅੰਦਰੋਂ ਜਾਂਦਾ। ਹੁਣ ਇਹ ਅੰਦਰ ਦੀ ਗੱਲ ਇਹ ਹੈ ਕਿ ਜਿਹੜੇ ਦਿੱਲੀ ਦੀਆਂ ਸੇਵਾਵਾਂ ਨੇ, ਦਿੱਲੀ ਸੇਵਾਵਾਂ ਬਿੱਲ ਹੈ, ਉਹ ਪਾਸ ਤਾਂ ਹੋ ਗਿਆ ਲੋਕ ਸਭਾ ਦੇ ਵਿੱਚ, ਰੌਲਾ ਰੱਪਾ ਬਹੁਤ ਪਿਆ, ਵਿਰੋਧੀ ਧਿਰਾਂ ਨੇ ਬੜਾ ਰੌਲਾ ਰੱਪਾ ਪਾਇਆ, ਪਰ ਮੈਜੋਰਿਟੀ ਹੈ ਤੇ ਬਿੱਲ ਤਾਂ ਪਾਸ ਹੋ ਗਿਆ। ਸੋ ਇਹਦੇ ਬਾਰੇ ਕੀ ਆਪਾਂ ਗੱਲ ਕਰ ਸਕਦੇ ਹਾਂ? ਇਹ ਮਾਮਲਾ ਬੜੀ ਦੇਰ ਦਾ ਲਟਕ ਰਿਹਾ ਸੀਗਾ ਔਰ ਕੇਜਰੀਵਾਲ ਸਾਹਿਬ ਨੂੰ ਪਤਾ ਸੀਗਾ। ਆਪਾਂ ਬਹੁਤ ਵਾਰੀ ਇੱਥੇ ਡਿਸਕਸ ਕੀਤਾ ਕਿ ਕੇਜਰੀਵਾਲ ਸਾਹਿਬ ਕਿਉਂ ਇਹਦੇ 'ਤੇ ਚਿੰਤਾ ਪ੍ਰਗਟਾ ਰਹੇ ਆ, ਪਰ ਇਹ ਜਦੋਂ ਉਹਨਾਂ ਨੇ ਲਿਆ ਕੇ ਪੇਸ਼ ਕਰ ਦਿੱਤਾ, ਪੇਸ਼ ਹੋਣ ਤੋਂ ਬਾਅਦ ਬਹੁਮਤ ਹੈਗਾ ਉਹਨਾਂ ਦਾ, ਉਹਦੇ 'ਤੇ ਸਾਰਿਆਂ ਨੇ ਓਕੇ ਕਰ ਦਿੱਤਾ, ਸਾਈਨ ਹੋ ਗਏ, ਬਿੱਲ ਪਾਸ ਹੋ ਗਿਆ। ਫਿਰ ਉਹਦੇ ਵਿੱਚ ਆਪੋਜੀਸ਼ਨ ਨੇ ਬਹੁਤ ਰੌਲਾ ਪਾਇਆ, ਫਿਰ ਉਹਨਾਂ ਨੇ ਉੱਥੋਂ ਨਿਕਲ ਕੇ ਬਾਹਰ ਭੰਗ ਕਰ ਦਿੱਤੀ ਲੋਕ ਸਭਾ। ਔਰ ਉਦੋਂ ਬਾਅਦ ਜੋ ਕੁਝ ਹੋਇਆ ਉਹ ਇਹ ਹੈਗਾ ਕਿ ਕੇਜਰੀਵਾਲ ਨੇ ਕਹਿਤਾ ਕਿ ਇਹਦੇ ਵਿੱਚ ਅਮਿਤ ਸ਼ਾਹ ਜੀ ਗ੍ਰਹਿ ਮੰਤਰੀ ਸਾਹਿਬ ਨੇ ਜਿਹੜੇ, ਉਹਨਾਂ ਨੇ ਦਿੱਲੀ 'ਤੇ ਆਪਣਾ ਹੁਕਮ ਚਲਾਉਣਾ ਚਾਹ ਰਹੇ ਆ। ਉਹ ਚਾਹ ਰਹੇ ਆ ਕਿ ਜਿੰਨੇ ਅਧਿਕਾਰੀ ਨੇ, ਜਿੰਨੇ ਇੱਥੋਂ ਦੀ ਮਸ਼ੀਨਰੀ ਆ, ਜੋ ਐਡਮਿਨਿਸਟ੍ਰੇਸ਼ਨ ਆ, ਜੋ ਪੁਲਿਸ ਆ, ਡਾਇਰੈਕਟਲੀ ਅਨਸੇਬਲ ਟੂ ਕੇਂਦਰ ਸਰਕਾਰ ਐਂਡ ਹੋਮ ਮਿਨਿਸਟਰ, ਉਹ ਸਿੱਧਾ ਉਹਨਾਂ ਨਾਲ ਹੋਣਗੇ, ਉਹਦੇ 'ਚ ਮੁੱਖ ਮੰਤਰੀ ਜਿਹੜੇ ਉਹ ਨਹੀਂ ਹੋਣਗੇ। ਕੇਜਰੀਵਾਲ ਸਾਹਿਬ ਨੇ ਕਿਹਾ ਕਿ ਕੀ ਇਹ ਸ਼ਾਸਿਤ ਪ੍ਰਦੇਸ਼ ਹੈ, ਯੂਟੀ ਹੈ ਜਾਂ ਸਟੇਟ ਹੈ ਜਾਂ ਕੀ ਹੈ ਇਹਦੇ 'ਚ? ਆਂਦੇ ਮੈਨੂੰ ਇਹ ਨਹੀਂ ਪਤਾ ਲੱਗ ਰਿਹਾ ਵੀ ਅਜੇ ਤੱਕ ਕੀ ਬਣਾਇਆ। ਜੇ ਸਟੇਟ ਹੈ ਤਾਂ ਉਹ 'ਚ ਕੇਂਦਰ ਦਾ ਡਾਇਰੈਕਟਲੀ ਇਨਵੋਲਵਮੈਂਟ ਨਹੀਂ ਹੁੰਦੀ, ਉਹਦਾ ਹੁਕਮ ਨਹੀਂ ਚੱਲਦਾ। ਜੇ ਉਹਦੇ 'ਚ ਯੂਟੀ ਹੈ ਤਾਂ ਯੂਟੀ 'ਚ ਸਿੱਧਾ ਉਹਨਾਂ ਦਾ ਚੱਲਦਾ। ਉਹ ਕਹਿੰਦੇ ਜੇ ਯੂਟੀ ਹੋਵੇ ਤਾਂ ਫਿਰ ਮੈਂ ਕਾਹਦੇ ਲਈ ਬੈਠਾ ਇੱਥੇ, ਮੈਨੂੰ ਕੁਰਸੀ 'ਤੇ ਕਾਹਦੇ ਲਈ ਬਿਠਾਇਆ? ਫਿਰ ਜੇ ਯੂਟੀ ਬਣਾਈ, ਇਹ ਸ਼ਾਸਿਤ ਪ੍ਰਦੇਸ਼ ਬਣਾਤਾ, ਜਿੱਦਾਂ JNK 'ਚ ਬਣਾਤਾ। ਹੁਣ ਉਹ ਕਹਿੰਦੇ ਇਹਨਾਂ ਨੇ ਕਹਿਤਾ ਵੀ ਲੋਕਤੰਤਰ ਨਾਲ ਇੰਨਾ ਵੱਡਾ ਧੱਕਾ ਮੈਂ ਤਾਂ ਕਦੇ ਵੇਖਿਆ ਨਹੀਂਗਾ, ਔਰ ਇਹਦੇ ਵਿੱਚ ਮੈਂ ਪੜ੍ਹਿਆ ਲਿਖਿਆ ਹੈਗਾ, ਜਿਹਦੇ ਵਿੱਚ ਬਾਕੀ ਇੰਨੇ ਪੜ੍ਹੇ ਲਿਖੇ ਨਹੀਂਗੇ ਜਿਹੜੇ ਕੇਂਦਰ 'ਚ ਬੈਠੇ ਆ, ਜਿਨ੍ਹਾਂ ਨੂੰ ਇੰਨੀ ਚਾਨਣ ਨਹੀਂ ਹੈਗਾ, ਜਿਹਦੇ ਵਿੱਚ ਸਿਆਸਤ ਦਾ ਨਹੀਂ ਪਤਾ, ਕਨਸਟੀਟਿਊਸ਼ਨ ਦੀਆਂ ਧਾਰਾਂ ਦਾ ਨਹੀਂ ਪਤਾ, ਜਿਨ੍ਹਾਂ ਨੂੰ ਪਤਾ ਨਹੀਂਗਾ ਕਿ ਲੋਕਤੰਤਰ ਕੀ ਹੁੰਦਾ ਔਰ ਲੋਕਤੰਤਰ ਦੀ ਬਹਾਲੀ ਲਈ ਕੁਝ ਕਰਨਾ ਪੈਂਦਾ, ਕਿਉਂਕਿ ਉਹ ਐਜੂਕੇਟਡ ਲੋਕ ਨੇ। ਉਹਨਾਂ ਨੇ ਕਿਹਾ, ਉਹਦਾ ਮੇਰੀ ਵਾਈਫ ਵੀ ਬਹੁਤ ਪੜ੍ਹੀ ਲਿਖੀ ਹੈ, ਸਾਨੂੰ ਤਾਂ ਪਤਾ ਹੈਗਾ, ਪਰ ਆਂਦਾ ਜਿੱਥੇ ਪੜ੍ਹੇ ਲਿਖੇ ਹੋਣ ਔਰ ਜਿੱਥੇ ਅਨਪੜ੍ਹ ਜ਼ਿਆਦਾ ਹੋਣ, ਉੱਥੇ ਜੇ ਤਾਂ ਅਨਪੜ੍ਹਾਂ ਦੀ ਹੋ ਜਾਂਦੀ ਹੈ, ਅਨਪੜ੍ਹ ਹੋ ਜਾਂਦੀ ਹੈ। ਲੋਕਤੰਤਰ ਦੀ ਪਰਿਭਾਸ਼ਾ ਹੈਗੀ ਆ, ਜਿੱਥੇ 9 ਮੂਰਖ ਨੇ ਔਰ 7 ਸਿਆਣੇ ਨੇ, ਉਹ ਪਿੱਛੇ ਰਹਿ ਜਾਣਗੇ, 9 ਮੂਰਖਾਂ ਦੀ ਸਰਕਾਰ ਬਣ ਜੂਗੀ। ਉਹਨਾਂ ਨੇ ਐਗਜ਼ਾਮਪਲ ਦਿੱਤੀਆਂ, ਉਦਾਹਰਨਾਂ ਦਿੱਤੀਆਂ। ਇਹ ਸਾਡਾ ਲੋਕਤੰਤਰ ਆ, ਇਹ ਸਾਡੀ ਖਿੱਦੋ ਤੇ ਪਾਈਆਂ ਪੀੜੀਆਂ ਨੇ ਜਿਹੜੀਆਂ ਦੇੜੇ ਹੋ ਗਏ, ਅਤੇ ਉਹਦੇ ਵਿੱਚੋਂ ਰੂਹ ਤੇ ਬਾਕੀ ਜਿਹੜਾ ਆਮ ਚੀਜ਼ਾਂ ਨਿਕਲਣਗੀਆਂ। ਉਹਨਾਂ ਇਹ ਕਿਹਾ ਕਿ ਉੱਪਰੋਂ ਅਸੀਂ ਬਹੁਤ ਸੋਹਣੇ ਲੱਗ ਰਹੇ ਹਾਂ, ਸਾਡਾ ਲੋਕਤੰਤਰ ਬਹੁਤ ਵੱਡਾ, ਸਾਡਾ ਸੰਵਿਧਾਨ ਬਹੁਤ ਵੱਡਾ, ਸਾਡੇ ਹਿਊਮਨ ਰਾਈਟਸ ਬਹੁਤ ਵੱਡੇ ਆ, ਪਰ ਉਹਦੇ ਪਾ ਲਾ ਕੇ ਸਾਰਾ ਖਿੱਦੋ ਆ, ਸਾਰਾ ਕੁਝ ਨਿਕਲਦਾ ਅਤੇ ਪੀੜੀਆਂ ਟੁੱਟ ਜਾਂਦੀਆਂ। ਇਹ ਕੁਛ ਹੈਗਾ। ਉਹਨਾਂ ਨੇ ਇਹ ਕਹਿਤਾ ਕਿ ਇਹ ਜਿਹੜੀ ਦੁਰਦਸ਼ਾ ਹੈਗੀ ਹੈ, ਇਹਦੇ ਲਈ ਸਿਰਫ ਮੈਂ ਨਹੀਂ ਜ਼ਿੰਮੇਵਾਰ ਹੋਊਗਾ, ਮੇਰੇ 'ਤੇ ਨਹੀਂ ਹੋਊਗਾ, ਬਾਕੀ ਰਾਜ ਵਾਲੇ ਵੀ ਤਿਆਰ ਰਹਿਣ। ਜਿਸ ਤਰ੍ਹਾਂ ਤੁਸੀਂ ਇੱਕ ਵਾਰੀ ਕਿਹਾ ਕਿ ਮੁੱਖ ਮੰਤਰੀ ਕਲਰਕ ਬਣਾ ਦਿੱਤੇ ਜਾਣਗੇ, ਉਹ ਦਸ਼ਾ ਹੋਊਗੀ, ਉਹ ਦੁਰਦਸ਼ਾ ਹੋਊਗੀ। ਕਿਉਂਕਿ ਹੁਣ ਤਾਂ ਜੋ ਹੋਣਾ ਸੀ ਉਹ ਹੋ ਗਿਆ। ਹੁਣ ਇਹਦੇ ਖਿਲਾਫ ਸ਼ਾਇਦ ਕਾਨੂੰਨ ਦਾ ਵੀ ਕੋਈ ਪ੍ਰਕਿਰਿਆ ਹੋਵੇ, ਜੇ ਚਾਹੁੰਦੇ ਨੇ ਯਾਚਕਾ ਪਾ ਸਕਦੇ, ਹੋਰ ਕੁਝ ਯਾਚਕਾ ਪਾ ਸਕਦੇ ਨੇ ਸੁਪਰੀਮ ਕੋਰਟ ਦੇ ਵਿੱਚ, ਜੇ ਕੋਈ ਪ੍ਰੋਵੀਜ਼ਨ ਹੋਏਗਾ। ਇੱਕ ਤਾਂ ਇਹ ਹੋ ਸਕਦਾ। ਦੂਸਰੀ ਗੱਲ ਇਹ ਹੈ ਕਿ ਕੇਜਰੀਵਾਲ ਖੁਦ ਕਹਿੰਦੇ ਰਹੇ ਨੇ ਕਿ ਇਹ ਇੱਕ ਐਕਸਪੈਰੀਮੈਂਟ ਹੋਣ ਜਾ ਰਿਹਾ ਹੈ ਦਿੱਲੀ ਦੇ ਵਿੱਚ। ਇਹ ਕਾਮਯਾਬ ਹੋ ਜਾਂਦਾ ਹੈ ਤੇ ਬਾਕੀ ਸੂਬੇ ਦੇ ਉੱਤੇ ਵੀ ਹੋ ਸਕਦਾ ਹੈ ਲਾਗੂ ਹੋਵੇ, ਜਿਹਦੇ 'ਚ ਰਾਜਪਾਲ ਤੇ ਉਪ ਰਾਜਪਾਲ ਮਿਲ ਕੇ ਪੂਰੇ ਭਾਰਤ ਨੂੰ ਚਲਾਉਣਗੇ।
ਔਰ ਗੱਲ ਉਹੀ ਬਿਲਕੁਲ ਸਹੀ ਹੋਏਗੀ ਕਿ ਫਿਰ ਚੀਫ ਮਿਨਿਸਟਰ ਕੀ ਕਰ ਰਹੇ ਨੇ, ਉਹ ਤਾਂ ਫਿਰ ਹੈਡ ਕਲਰਕ ਬੈਠੇ ਹੋਏ ਨੇ, ਹੋਰ ਤਾਂ ਕੁਝ ਨਹੀਂ, ਜੋ ਆਰਡਰਸ ਆਉਂਦੇ ਨੇ ਉਹਦੇ ਮੁਤਾਬਿਕ ਆਪਣਾ ਆਫਿਸ ਚਲਾਉਂਦੇ ਪਏ ਨੇ, ਆਰਡਰਸ ਦੇ ਉੱਪਰੋਂ ਆਉਣਗੇ। ਸੋ ਫਿਰ ਇਹ ਲੋਕਤੰਤਰ ਕਿੱਧਰ ਨੂੰ ਜਾ ਰਿਹਾ ਹੈ, ਕਿਹੜੀ ਦਿਸ਼ਾ ਵੱਲ ਜਾ ਰਿਹਾ ਹੈ, ਇਹ ਕੁਝ ਸਮਝ ਨਹੀਂ ਆਉਂਦਾ, ਕਿਉਂਕਿ ਇਹ ਨਵੀਆਂ ਚੀਜ਼ਾਂ ਖੁੱਲ੍ਹਦੀਆਂ ਪਈਆਂ ਨੇ, ਨਵੀਆਂ ਪਰਤਾਂ ਖੁੱਲ੍ਹਦੀਆਂ ਪਈਆਂ ਨੇ। ਔਰ ਇਹ ਮਤਲਬ ਆਪਾਂ ਕੀ ਸ਼ੇਪ ਅਪ ਕਰਨਾ ਚਾਹੁੰਦੇ ਹਾਂ, ਜੋ ਬਾਬਾ ਸਾਹਿਬ ਭੀਮਰਾਵ ਅੰਬੇਦਕਰ ਨੇ ਸੰਵਿਧਾਨ ਬਣਾਇਆ ਹੈ, ਉਹਨੂੰ ਕਿਹੜੀ ਰੂਪ ਦੇਣਾ ਚਾਹੁੰਦੇ ਆ, ਕਿਹੜੀ ਰੂਪ ਰੇਖਾ ਉਹਦੀ ਤਿਆਰ ਕਰਨਾ ਚਾਹੁੰਦੇ ਆ, ਇਹ ਸਮਝ ਤੋਂ ਬਾਹਰ ਆ ਰਹੀ ਹੈ ਗੱਲ। ਔਰ ਇਹ ਐਕਸਪਰਟਸ ਮੰਨਦੇ ਨੇ, ਸਾਡੇ ਜਿੰਨੇ ਸਿਆਸਤਦਾਨ ਨੇ, ਜਿਹੜੇ ਚਿੰਤਕ ਨੇ, ਜਿੰਨੇ ਸਿਆਸਤ ਨੂੰ ਜਾਣਦੇ ਨੇ, ਪੜ੍ਹੇ ਗੁੜੇ ਨੇ, ਉਹਨਾਂ ਦਾ ਇਹ ਇੱਕ ਸੁਝਾਅ ਹੈਗਾ ਕਿ ਹੁਣ ਮਈ ਤੱਕ ਇਹ ਕੇਂਦਰ ਸਰਕਾਰ ਐਨਡੀਏ ਦੀ ਸਰਕਾਰ ਹੈਗੀ ਆ, ਉਦੋਂ ਬਾਅਦ ਇਹ ਸਰਕਾਰ ਤੋਂ ਸਮਾਂ ਖਤਮ ਹੋ ਜਾਣਾ, ਫਿਰ ਨਵੇਂ ਪ੍ਰਧਾਨ ਮੰਤਰੀ ਆਉਣੇ ਆ। ਹੁਣ ਜੇ ਤੀਜੀ ਟਰਮ 'ਚ ਆਉਂਦੇ ਆ ਮੋਦੀ ਸਾਹਿਬ, ਫਿਰ ਤਾਂ ਇਹ ਬਰਕਰਾਰ ਰਹੂਗਾ, ਜੋ ਕੁਛ ਇਹਨਾਂ ਨੇ ਬਣਾ ਦਿੱਤਾ ਜਾਂ ਆਰਡੀਨੈਂਸ ਸ਼ੁਰੂ ਕਰ ਦਿੱਤਾ, ਲੋਕ ਸਭਾ 'ਚ ਬਿੱਲ ਪਾਸ ਕਰਤਾ। ਜੇ ਆ ਗਈ ਨਵੀਂ ਸਰਕਾਰ, ਜੇ ਆ ਗਿਆ ਫਿਰ ਇੰਡੀਆ, ਤੇ ਫਿਰ ਇਹ ਉਸੇ ਤਰ੍ਹਾਂ ਫਿਰ ਉਹਨਾਂ ਦਾ ਬਹੁਮਤ ਚਾਹੇ ਤੇ ਜਾਂ ਉਹ ਕੀਤਾ, ਇਹਨੂੰ ਫਿਰ ਭੰਗ ਕਰਕੇ, ਫਿਰ ਇਹਨੂੰ ਰੱਦ ਕਰਕੇ ਦੁਬਾਰਾ ਆ ਜਾਊਗਾ। ਇਹ ਪੈਸੇ ਦੀ ਬਰਬਾਦੀ, ਇਹ ਸਾਰੇ ਸਮੇਂ ਦੀ ਬਰਬਾਦੀ, ਇਹਦੇ ਵਿੱਚ ਜਿਹੜੇ ਲੋਕਾਂ ਨੂੰ ਆਪਣੇ ਅਗੇਂਸਟ ਕਰਨ ਦੀ ਜਿਹੜੀ ਇੱਕ ਸੋਚ ਹੈ, ਇਹ ਸਾਰਾ ਕੁਝ ਇੱਦਾਂ ਦੇ ਕਾਨੂੰਨ ਹੁੰਦੇ ਆ। ਹੁਣ ਕਈ ਲੋਕ ਖੁਸ਼ ਹੋਣਗੇ ਜਿਹੜੇ ਇਹਨਾਂ ਨੂੰ ਫੇਵਰ ਕਰਦੇ, ਕਈ ਲੋਕ ਜਿਹੜੇ ਆ ਪਬਲਿਕ ਜਿਹੜੀ ਆ ਉਹ ਇਹਨਾਂ ਦੇ ਅਗੇਂਸਟ ਹੋਊਗੀ। ਇਸ ਤਰ੍ਹਾਂ 2-3 ਗਰੁੱਪ ਬਣ ਗਏ, ਲੌਬੀਆਂ ਬਣ ਗਈਆਂ ਇਸੇ ਬਿੱਲ ਦੇ ਅਕੋਰਡਿੰਗ। ਮੈਂ ਇਹੀ ਚੀਜ਼ ਸੋਚਦਾ ਰਹਿਣਾ, ਮਤਲਬ ਇਹ ਆਪਸ 'ਚ ਖੇਡਦੇ ਰਹਿੰਦੇ ਨੇ, ਤੇਰੀ ਪਾਰਟੀ ਮੇਰੀ ਪਾਰਟੀ, ਤੇਰੀ ਕੁਰਸੀ ਮੇਰੀ ਕੁਰਸੀ। ਆਮ ਜਨਤਾ ਨੂੰ ਕੋਈ ਲੈਣਾ ਦੇਣਾ ਨਹੀਂ ਨਾ। ਆਮ ਜਨਤਾ ਨੂੰ ਜਿਹੜੀ ਸਹੂਲੀਅਤ ਚਾਹੀਦੀ ਹੈ ਜੀਵਨ ਵਾਸਤੇ, ਉਹ ਕਿੱਥੇ ਹੈ? ਉਹਨਾਂ ਨੂੰ ਉਹ ਚਾਹੀਦੀ ਹੈ। ਉਹਨਾਂ ਨੇ ਕੀ ਲੈਣਾ ਕਿਹੜਾ ਬਿੱਲ ਤੇ ਕਿਹੜੀ ਪਾਰਟੀ ਤੇ ਕਿਹੜਾ ਲੀਡਰ? ਉਹਨਾਂ ਨੇ ਕਹਿਣਾ ਕਿ ਜੋ ਸਾਨੂੰ ਜੀਵਨ ਦੀਆਂ ਸੁੱਖ ਸੁਵਿਧਾਵਾਂ ਦੇ ਸਕੇ, ਸਾਨੂੰ ਵਧੀਆ ਜੀਵਨ ਦੇ ਸਕੇ, ਉਹ ਬੰਦਾ ਸਾਡੇ ਵਾਸਤੇ ਚੰਗਾ, ਉਹ ਪਾਲਿਸੀ ਸਾਡੇ ਵਾਸਤੇ ਚੰਗੀ, ਸਭ ਕੁਝ ਉਹਨਾਂ ਨੂੰ ਆਪਣੇ ਜੀਵਨ ਵਾਸਤੇ ਚਾਹੀਦਾ। ਔਰ ਇਹ ਸੱਚ ਵੀ ਹੈ, ਦੇਸ਼ ਦੇ ਵਾਸੀ ਨੇ ਔਰ ਸੰਵਿਧਾਨ ਉਹਨਾਂ ਨੂੰ ਅਧਿਕਾਰ ਦਿੰਦਾ ਇੱਕ ਅੱਛੀ ਜ਼ਿੰਦਗੀ ਦਾ। ਔਰ ਫੂਡ ਟੂ ਰਾਈਟ, ਦੱਸੋ, ਰੋਟੀ ਖਾਣ ਦਾ ਵੀ ਅਧਿਕਾਰ ਸੰਵਿਧਾਨ 'ਚ ਹੈ, ਇਹ ਵੀ ਰਾਈਟ ਹੈ। ਜਿਹੜੀ ਕੁਦਰਤ ਦੀ ਨੇਮਤ ਹੈ ਉਹ ਵੀ ਰਾਈਟ ਹੈ, ਚਲੋ ਉਹ ਰਾਈਟ ਤਾਂ ਹੈ, ਰਾਈਟ ਮਿਲਿਆ, ਪਰ ਕਿੰਨਿਆਂ ਕੁ ਨੂੰ ਰੋਟੀ ਦਾ ਜ਼ਮੀਨ ਮਿਲਦੀ ਪਈ ਹੈ? ਕੁਆਲਿਟੀ ਫੂਡ ਕਿੰਨਿਆਂ ਕੁ ਨੂੰ ਮਿਲਦਾ ਪਿਆ? ਜੋ ਮਿਲਦਾ ਢਿੱਡ ਭਰ ਲੈਂਦੇ ਨੇ। ਆਹ ਤੇ ਸਾਡੇ ਹਾਲਾਤ ਬਣੇ ਪਏ ਨੇ। ਵੈਸੇ ਜੇ ਗੱਲ ਕਰੀਏ ਤੇ ਵਿਕਾਸ ਕਾਰਜ, ਗਰੀਬੀ, ਭੁੱਖਮਰੀ, ਉਹ ਕਿੱਧਰ ਗਿਆ? ਉਹ ਪਤਾ ਨਹੀਂ ਹੈਗਾ ਕਿ ਲਾਸਟ ਜਿਹੜੇ ਆ 8-9 ਮਹੀਨੇ ਰਹਿ ਗਏ ਆ, ਉਹਦੇ ਵਿੱਚ ਉਹ ਜਿਹੜੀਆਂ ਸਹੂਲਤਾਂ, ਜਿਹਦੇ ਵਿੱਚ ਸਾਰਾ ਕਲਚਰ ਇਹਨਾਂ ਨੇ ਚਿਤਰਿਆ ਸੀਗਾ, ਜਿਸ 'ਚ ਪੁਰਾਣੀਆਂ ਟ੍ਰੈਡੀਸ਼ਨ ਸੀਗੀਆਂ, ਉਹਨਾਂ ਨੂੰ ਰਿਵਾਈਵ ਕਰਨਾ ਸੀਗਾ, ਲੋਕਾਂ ਦੇ ਜਿਹੜੇ ਕੰਮ ਕਾਜ ਉਹਨਾਂ ਨੂੰ ਰਿਵਾਈਵ ਕਰਨਾ ਸੀਗਾ, ਉਹ ਕਿੱਥੇ ਆਰਡੀਨੈਂਸ ਸਾਹਮਣੇ ਆ ਗਏ, ਬਾਕੀ ਚੀਜ਼ਾਂ ਫਿਰ ਭੁੱਲ ਗਏ। ਉਹਦੇ ਵਿੱਚ ਇੱਕ ਤਾਂ ਆਪਾਂ ਤਸ਼ੱਦਦ ਤੇ ਜਿਹੜੀ ਤਰਾਸਦੀ ਦੀ ਗੱਲ ਕੀਤੀ ਆ ਸਟੇਟਾਂ ਵਿੱਚ, ਤੀਜਾ ਗਰੀਬੀ, ਭੁੱਖਮਰੀ ਤੇ ਲੋਕਾਂ ਦੇ ਵਿੱਚ ਜਿਹੜੀ ਹੈ ਬੇਚੈਨੀ, ਉਹਨਾਂ ਨੂੰ ਦੂਰ ਕਰਨ ਲਈ ਸਰਕਾਰ ਦਾ ਮੂਲ ਮੁੱਦਾ ਹੁੰਦਾ। ਸਰਕਾਰ ਉੱਥੋਂ ਤਾਂ ਪਾਸਾ ਵੱਟ ਰਹੀ ਹੈ ਤੇ ਦੂਜੇ ਪਾਸੇ ਆਰਡੀਨੈਂਸ ਆ ਰਿਹਾ। ਇਹ ਕਿੱਧਰ ਦਾ ਲੋਕਤੰਤਰ ਤੇ ਕਿੱਧਰ ਦਾ ਸੰਵਿਧਾਨ? ਸਿੱਧੀ ਸਾਦੀ ਗੱਲ ਇਹੀ ਆ ਕਿ ਆਪਾਂ ਕਹਿੰਦੇ ਆ ਕਿ ਅਸੀਂ 5ਵੀਂ ਸਭ ਤੋਂ ਵੱਡੀ ਅਰਥ ਵਿਵਸਥਾ ਦੁਨੀਆ ਦੀ, ਪਰ ਉਹ 5ਵੀਂ ਸਭ ਤੋਂ ਵੱਡੀ ਅਰਥ ਵਿਵਸਥਾ ਕਿਹਨਾਂ ਵਾਸਤੇ ਹੈ? ਆਮ ਲੋਕ ਤਾਂ ਸੜਕਾਂ ਤੇ ਰੁਲਦੇ ਪਏ ਨੇ, ਉਹਦੇ ਵਿੱਚ ਆਮ ਲੋਕਾਂ ਦਾ, ਆਮ ਜਨਤਾ ਦਾ ਕਿੰਨਾ ਸ਼ੇਅਰ ਹੈ, ਕਿੰਨਾ ਹਿੱਸਾ ਹੈ, ਵੀ ਤਾਂ ਦੱਸੋ। ਫਿਰ ਤੁਸੀਂ ਇੱਕ ਨਵੀਂ ਗੱਲ ਹੋ ਰਹੀ ਹੈ ਕਿ ਹੁਣ ਤੀਸਰੀ ਸਭ ਤੋਂ ਵੱਡੀ ਅਰਥ ਵਿਵਸਥਾ ਬਣਾਉਣੀ ਹੈ ਅਸੀਂ, ਪਰ ਉਹਦੇ ਵਿੱਚ ਆਮ ਲੋਕਾਂ ਦਾ ਕਿੰਨਾ ਸ਼ੇਅਰ ਹੋਏਗਾ? ਉਹਦੇ ਵਿੱਚ ਜਾਪਾਨ ਔਰ ਅਮਰੀਕਾ ਤੇ ਤੀਜਾ ਇੰਡੀਆ ਹੋਗਾ। ਦੇਖੋ ਕਿੱਥੇ ਪਹੁੰਚ ਗਿਆ ਗੱਲਾਂ ਨਾਲ। ਇਹ ਗੱਲਾਂ ਨਾਲ ਨਹੀਂ, ਜਿਹੜੇ ਕਿਲੇ ਸਾਰ ਹੁੰਦੇ ਨੇ, ਇਹ ਗੱਲਾਂ ਨਾਲ ਨਹੀਂ ਚੱਲਦੀਆਂ ਹੁੰਦੀਆਂ ਗੱਲਾਂ, ਤੇ ਨਾ ਹੀ ਉਹਦੇ ਨਾਲ ਕੋਈ ਬੜੇ ਬਣ ਦਿੰਦੇ ਆ, ਤੇ ਨਾ ਹੀ ਕੋਈ ਉਹਦੇ ਨਾਲ ਪਾਪੜ ਵੇਲੇ ਜਾਂਦੇ ਹੁੰਦੇ ਆ। ਇਹ ਗੱਲਾਂ ਨਾਲ ਨਹੀਂ ਕੁਝ ਹੁੰਦਾ, ਪ੍ਰੈਕਟੀਕਲ ਵਿਵਹਾਰਿਕ ਤੌਰ ਤੇ ਸਾਰਾ ਕੁਝ ਹੁੰਦਾ। ਜੇ ਅਸੀਂ ਕਿ ਅਸੀਂ ਦੁਨੀਆ ਤੋਂ ਉੱਪਰ ਚਲੇ ਗਏ, ਤਾਂ ਫਿਰ ਅਸੀਂ, ਸਾਡੇ ਬੱਚੇ ਤੇ ਸਾਡੇ ਬਜ਼ੁਰਗ ਤੇ ਸਾਡੇ ਜਵਾਨ ਬਾਹਰਲੇ ਦੇਸ਼ਾਂ 'ਚ ਕਿਉਂ ਜਾ ਰਹੇ? ਜੇ ਸਾਡੀ ਧਰਤੀ ਤੇ ਸਾਰਾ ਕੁਝ ਪੈਦਾਵਾਰ ਵੱਡੀ ਹੋਵੇ, ਕਾਰਖਾਨੇ ਹੋਣ, ਕੰਪਨੀਆਂ ਵੱਡੀਆਂ ਹੋਣ, ਇੱਥੇ ਜੌਬ ਮਿਲਦੀਆਂ ਹੋਵੇ, ਇੱਥੇ ਕੋਈ ਤਰਾਸਦੀ ਜਾਂ ਟ੍ਰੈਜਡੀ ਨਾ ਹੁੰਦੀ ਹੋਵੇ, ਲੋਕ ਇਹਨਾਂ ਰੌਲੇ ਤੋਂ ਬਾਹਰ ਨਿਕਲ ਜਾਂਦੇ ਆ। ਹਰ ਸੂਬੇ 'ਚ ਤਾਂ ਰੌਲਾ, ਬੱਚੇ, ਲੋਕ ਆਪਣੇ ਬੱਚਿਆਂ ਨੂੰ ਬਚਾਉਣ ਲਈ ਬਾਹਰ ਭੇਜ ਦਿੰਦੇ ਆ। ਸ਼ਾਂਤੀ ਤਾਂ ਹੈ, ਡਾਲਰ ਨਹੀਂ ਕਮਾਉਣੇ ਤਾਂ ਪੈਸੇ ਤੋਂ ਵੱਖਰੇ ਬੱਚੇ ਤੰਦਰੁਸਤ ਹੈ ਨਾ ਉੱਥੇ। ਇਹਨਾਂ ਚੀਜ਼ਾਂ ਨੂੰ ਮਾਂ ਪਿਓ ਨੂੰ ਪਤਾ। ਮਾਂ ਪਿਓ ਨਾਲ ਕਿਸੇ ਨਾਲ ਇੰਟਰਵਿਊ ਕਰਕੇ ਵੇਖੋ, ਬੇਸਿਕਲੀ ਮੂਲ ਤੌਰ ਤੇ ਇਹੋ ਹੀ ਕਹਿਣਗੇ ਕਿ ਅਸੀਂ ਬੱਚੇ ਬਚਾਉਣ ਲਈ, ਬੱਚੇ ਜਵਾਨ ਕਰ ਲਈ, ਆਬ ਹਵਾ ਅੱਛੀ ਲਈ ਭੇਜ ਦਿੱਤੇ। ਸਾਡੀ ਏਅਰ ਕੁਆਲਿਟੀ ਵੀ ਖਰਾਬ, ਉਹਦੇ ਵੱਲ ਕਦੇ ਧਿਆਨ ਨਹੀਂ। ਵਾਤਾਵਰਣ 'ਤੇ ਜਿਹੜੇ ਸਮਾਗਮ ਹੋ ਜਾਂਦੇ ਆ, ਪਰ ਇਹ ਨਹੀਂ ਪਤਾ ਕਿ ਇਹਨੂੰ ਕੰਟਰੋਲ ਕੀ ਕਰਨਾ, ਕਿੱਦਾਂ ਕਰਨਾ, ਰੁੱਖ ਬੂਟੇ ਲਾਉਣੇ ਆ ਕਿ ਨਹੀਂ ਲਾਉਣੇ, ਲਾ ਕੇ ਫੋਟੋ ਖਿਚਵਾ ਕੇ ਤੇ ਪਾਣੀ ਰੱਬ ਨੇ ਤਾਂ ਨਹੀਂ ਰੋਜ਼-ਰੋਜ਼ ਪਾਉਣਾ। ਇੱਕ ਚੀਜ਼ ਦੇਖਣੀ ਹੈ ਨਾ ਕਿ ਵੋਟ ਬੈਂਕ ਕਿੱਦਾਂ ਤਿਆਰ ਕਰਨਾ ਹੈ, ਵੋਟ ਦੀ ਰਾਜਨੀਤੀ ਕਿਵੇਂ ਖੇਡਣੀ ਹੈ। ਮਸਲਾ ਇਹ ਹੈ, ਮੁੱਦਾ ਇਹ ਹੈ। ਔਰ ਬਾਕੀ ਸਾਰੀਆਂ ਗੱਲਾਂ ਜਿਹੜੀਆਂ ਨੇ ਨਾ, ਜਿਹੜੇ ਵੀ ਆਰਡੀਨੈਂਸ ਪਾਸ ਹੁੰਦੇ ਨੇ, ਆਪਣੇ ਇਸ ਮਕਸਦ ਨੂੰ ਹੱਲ ਕਰਨ ਵਾਸਤੇ ਪਾਸ ਹੁੰਦੇ ਨੇ। ਆਕੀ ਆਮ ਜਨਤਾ ਤਾਂ ਚਲੋ ਬਿਲਕੁਲ ਰੱਬ ਦੇ ਸਹਾਰੇ ਚੱਲੀ ਜਾਂਦੀ ਆ ਜੀ। ਅੱਗੇ ਚੱਲੀਏ ਰੱਬ ਦੇ ਸਹਾਰੇ ਆਪਾਂ ਅਗਲੇ ਮੁੱਦੇ ਤੇ ਜੀ। ਉਹ ਇਹ ਹੈ ਕਿ ਪੰਜਾਬ ਦੇ ਵੱਡੇ ਕਿਸਾਨਾਂ ਨੂੰ ਖੇਤੀ ਲਈ ਜਿਹੜੀ ਮੁਫਤ ਬਿਜਲੀ ਦਿੱਤੀ ਜਾਂਦੀ ਹੈ,
ਇਹਦੇ ਉੱਤੇ ਕੁਐਸਚਨ ਮਾਰਕ ਲੱਗਦਾ ਪਿਆ। ਉਹ ਕਹਿੰਦੇ ਨੇ ਕਿ ਆਮ ਜਿਹੜੇ ਲੋਕ ਨੇ ਨਹੀਂ ਅਫੋਰਡ ਕਰ ਸਕਦੇ ਉਹਨਾਂ ਨੂੰ ਤਾਂ ਦਿਓ, ਪਰ ਜਿਹੜੇ ਅਮੀਰ ਲੋਕ ਨੇ ਅਫੋਰਡ ਕਰ ਸਕਦੇ ਨੇ, ਇੰਨੇ ਏਕੜਾਂ ਦੇ ਵਿੱਚ ਜ਼ਮੀਨ ਹੈ ਉਹਨਾਂ ਨੂੰ ਮੁਫਤ ਕਿਉਂ ਦਿੰਦੇ ਪਏ ਹੋ? ਗੱਲ ਸਹੀ ਹੈ। ਜਿਹਦੇ ਵਿੱਚ ਉੱਤਰਾਖੰਡ ਔਰ ਮੱਧ ਪ੍ਰਦੇਸ਼ ਕੁਝ ਸੂਬੇ ਆ ਜਿੱਥੇ ਇਹਨਾਂ ਨੇ ਇਹ ਨਹੀਂ ਦਿੱਤਾ ਸਾਰਾ ਕੁਝ ਜੋ ਸਹੂਲਤ ਹੈ, ਔਰ ਉਹ ਕਹਿੰਦੇ ਵੀ ਇਹ ਮੱਧ ਪ੍ਰਦੇਸ਼ ਵਾਂਗੂ ਪੰਜਾਬ ਇਸ ਤਰ੍ਹਾਂ ਦੀ ਸਥਿਤੀ 'ਚੋਂ ਕਿਸਾਨਾਂ ਨੂੰ ਨਹੀਂ ਗੁਜ਼ਾਰੇਗਾ। ਔਰ ਦੂਜੇ ਪਾਸੇ ਪ੍ਰਤਾਪ ਸਿੰਘ ਬਾਜਵਾ ਬੋਲੇ, ਹੋਰ ਵੀ ਬੋਲੇ, ਬੇਸਿਕਲੀ ਕਿਸਾਨ ਨੇ। ਉਹਨਾਂ ਕਿਹਾ ਕਿ ਜੇ ਦੇਣਾ ਵਾ ਇਹ ਤਾਂ ਛੋਟੇ ਕਿਸਾਨਾਂ ਨੂੰ ਦਿਓ, ਜਿਹਦੀ 2 ਹੈਕਟੇਅਰ 5 ਹੈਕਟੇਅਰ ਜ਼ਮੀਨ ਹੈਗੀ ਆ, 10-15 100 ਕਿੱਲੇ ਵਾਲੇ ਨੂੰ ਇਹ ਕਿਉਂ ਦਿੱਤਾ ਗਿਆ? ਉਹਦੇ ਤੇ ਕਿੱਲੇ ਨਹੀਂ ਭਰਨਗੇ ਛੇਤੀ, ਔਰ ਇਹਦੇ ਵਿੱਚ 10 ਹਾਊਸ ਪਾਵਰ ਜਿਹੜੀ ਹੈ ਮੋਟਰਾਂ ਚੱਲਦੀਆਂ ਉਹਨਾਂ ਨੂੰ ਰੋਕਿਆ ਜਾਵੇ ਤਾਂ ਕਿ ਇਹਦੇ ਵਿੱਚ ਜਿਹੜੀ ਆਮ ਜਨਤਾ ਨੂੰ, ਗਰੀਬਾਂ ਨੂੰ ਬਿਜਲੀ ਵੰਡੀ ਜਾਵੇ। ਕਿਉਂਕਿ ਐਤਕਾਂ ਦਾ ਬਜਟ ਜਿਹੜਾ ਹੈਗਾ ਜਿਹਦੇ 'ਚ ਫ੍ਰੀ ਬਿਜਲੀ ਦਿੱਤੀ ਆ ਸਾਰੇ ਲੋਕਾਂ ਨੂੰ, ਜਨਰਲ ਕੈਟਾਗਰੀ ਔਰ ਰਿਜ਼ਰਵ ਕੈਟਾਗਰੀ ਨੂੰ, ਉਹਦਾ ਵੀ ਬਜਟ ਅੱਗੇ ਬਹੁਤ ਚਲੇ ਗਿਆ। ਉਹ ਸਰਕਾਰ ਕੋ ਖਜ਼ਾਨੇ 'ਚ ਨਹੀਂ ਪੈਸਾ ਹੈਗਾ, ਔਰ ਹੋ ਸਕਦਾ ਹੈ ਵੀ ਉਹਨਾਂ ਨੂੰ ਇਮੀਡੀਏਟ ਕਿਤੇ ਨਾ ਕਿਤੇ ਬੰਦ ਕਰਨਾ ਪਵੇ। ਉਸ ਤੋਂ ਪਹਿਲਾਂ ਕਿਸਾਨਾਂ ਵਾਲਾ ਜਿਹੜਾ ਸਹੂਲਤ ਆ ਰੋਕੀ ਜਾਵੇ, ਛੋਟੇ ਕਿਸਾਨਾਂ ਨੂੰ ਸਹੂਲਤ ਬਰਕਰਾਰ ਰੱਖੀ ਜਾਵੇ। ਆਪੋਜੀਸ਼ਨ ਨੇ ਵੀ ਕਿਹਾ ਔਰ ਉਹਦੇ ਵਿੱਚ ਦੂਸਰੇ ਲੋਕ ਜਿਹੜੇ ਉਹ ਵੀ ਹੈ। ਪਰ ਤੀਜੇ ਪਾਸੇ ਭਗਵੰਤ ਮਾਨ ਜੀ ਆਪ ਕਿਸਾਨ ਦੇ ਪੁੱਤ ਨੇ, ਔਰ ਇਹਨਾਂ ਨੂੰ ਪਤਾ ਹੈਗਾ ਕਿ ਕਿਸਾਨ ਨੂੰ ਝੋਨਾ ਲਾਉਣ ਲੱਗਿਆ ਪਾਣੀ ਕਿੰਨਾ ਕੁ ਚਾਹੀਦਾ। ਕਈ ਲੋਕਾਂ ਨੇ ਹਾਸੇ ਨਾਲ ਇਹ ਵੀ ਕਿਹਾ ਸੀਗਾ ਕਿ ਭਗਵੰਤ ਮਾਨ ਨੇ ਕਿਹਾ ਕਿ ਹੁਣ ਘਰੋਂ ਘਰ ਪਾਣੀ ਪਹੁੰਚਾ ਦਾਂਗੇ, ਇੰਨਾ ਕੁ ਸਾਡੇ ਕੋਲ ਆ ਗਿਆ ਪੈਸਾ ਸਾਰਾ ਕੁਝ। ਉਹ ਕਹਿੰਦੇ ਖੇਤਾਂ ਤੋਂ ਪਾਣੀ ਜਿਹੜਾ ਵਾਕਿਆ ਇਹਨਾਂ ਦੇ ਜੋ ਬੋਲੇ ਆ ਉਹੀ ਗੱਲ ਹੋ ਗਈ। ਖੇਤਾਂ ਲਈ ਪਾਣੀ ਮੰਗਿਆ ਸੀ ਤੇ ਬਾਰਿਸ਼ ਇੰਨੀ ਹੋ ਗਈ ਘਰਾਂ 'ਚ ਪਾਣੀ ਆ ਗਿਆ, ਜਿਹੜੇ ਬੈੱਡ ਨੇ ਬੈੱਡ ਤੱਕ ਤੇ ਜੁੱਤੀਆਂ ਪਾਣੀ 'ਚ ਤਰਨ ਲੱਗ ਪਈਆਂ, ਘਰੋਂ ਘਰ ਪਾਣੀ ਪਹੁੰਚ ਗਿਆ। ਇਸੇ ਗੱਲ ਹੀ ਹੈਗਾ। ਪਰ ਇਹ ਜਿਹੜੀ ਗੱਲ ਹਾਸੋਹੀਣੀ ਤੋਂ ਬਾਅਦ ਸੀਰੀਅਸ ਇਹ ਗੱਲ ਹੈਗੀ ਹੈ ਕਿ ਬਾਹਰਲੇ ਸਟੇਟਾਂ ਵਿੱਚ, ਕੁਝ ਸਟੇਟਾਂ 'ਚ ਨਹੀਂ ਹੈਗਾ, ਔਰ ਮਹਾਰਾਸ਼ਟਰ ਨੇ ਕਿਹਾ ਸੀ ਕਿ ਅਸੀਂ ਇਹਨੂੰ ਦੁਬਾਰਾ ਇਹਨੂੰ ਕਾਇਮ ਰੱਖਾਂਗੇ ਇਸੇ ਤਰ੍ਹਾਂ ਦਾ। ਕਿਸਾਨਾਂ ਨੂੰ ਪਾਣੀ ਤੇ ਬਿਜਲੀ ਜਿਹੜੀ ਹੈ ਅਸੀਂ ਫ੍ਰੀ ਦੇਵਾਂਗੇ ਸਹੂਲਤ, ਔਰ ਅਜੇ ਤੱਕ ਨਹੀਂ ਉਹਨਾਂ ਨੇ ਕੀਤਾ ਇਹ। ਔਰ ਪੰਜਾਬ ਦੇ ਵਿੱਚ ਜਿਹੜੀ ਹੈਗੀ ਜ਼ਮੀਨ ਜ਼ਿਆਦਾ ਵੀ ਹੈਗੀ, ਪੈਦਾਵਾਰ ਵੀ ਬਹੁਤ ਹੈਗੀ ਆ। ਜੇ ਗੱਲ ਕਰੀਏ ਤਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਰਾਂ ਨੇ ਕਿਹਾ ਕਿ ਅਸੀਂ 60% ਕੰਟਰੀਬਿਊਟ ਕਰ ਰਹੇ ਹਾਂ ਦਿੱਲੀ ਨੂੰ, ਜੋ ਵੀ ਝੋਨਾ ਤੇ ਜਿਹੜਾ ਹੈਗਾ ਅਸੀਂ ਕਣਕ, ਉਹ ਸਾਰੀਆਂ ਜੇ ਸਾਰਾ ਦੇਸ਼ 40 ਬੋਰੀਆਂ ਦਿੰਦਾ ਤਾਂ ਇਕੱਲਾ ਪੰਜਾਬ ਦਿੰਦਾ। ਔਰ ਜੇਕਰ ਕਿਸਾਨਾਂ ਨੂੰ ਅਸੀਂ ਇਹ ਸਹੂਲਤਾਂ ਨਹੀਂ ਦੇਵਾਂਗੇ ਤਾਂ ਅਸੀਂ ਫਿਰ ਭੁੱਖੇ ਮਰਾਂਗੇ। ਫਿਰ ਰਸ਼ੀਆ ਤੋਂ ਤਾਂ ਅਮਰੀਕਾ ਤੋਂ ਕਣਕ ਮੰਗਵਾਉਣੀ ਪਊਗੀ, ਔਰ ਉਹਨਾਂ ਨੇ ਮੈਕਸੀਕਨ ਕਣਕ ਭੇਜੀ ਹੈ, ਪੈਦਾਵਾਰ ਬਹੁਤ ਵੱਧ ਗਈ ਆ। ਇਹ ਖੇਤੀ ਮਾਰਾਂ ਦੀ ਗੱਲ ਹੈਗੀ ਆ। ਮੇਰਾ ਖਿਆਲ ਹੈ ਇਸ ਮਸਲੇ ਨੂੰ ਇਹਨਾਂ ਨੇ ਨਹੀਂ ਛੇੜਨਾ, ਨਹੀਂ ਤਾਂ ਫਿਰ ਕਿਸਾਨ ਅੱਗੇ ਹੀ ਦਿੱਲੀ ਤੇ ਜਾ ਕੇ ਭੱਜਣਾ ਪਾਤੀਆਂ ਸੀ ਦਿੱਲੀ ਨੂੰ, ਕੇਂਦਰ ਸਰਕਾਰ ਨੂੰ। ਪੰਜਾਬ ਸਰਕਾਰ ਉਹਨਾਂ ਦੇ ਸਾਹਮਣੇ ਤਾਂ ਬਹੁਤ ਕੋਈ ਵੱਡੀ ਗੱਲ ਨਹੀਂ। ਫਿਰ ਇਹਦੇ ਨਾਲ ਵੀ ਇਹਨਾਂ ਨੂੰ, ਸਰਕਾਰ ਨੂੰ ਵੀ ਬਹੁਤ ਹੀ ਚੰਗੇ ਤਰੀਕੇ ਨਾਲ ਕੰਮ ਕਰਨਾ ਜਿਹੜਾ ਔਖਾ ਹੋ ਜਾਊ। ਬਾਕੀ 5 ਤਰੀਕ ਦੀ ਵੀ ਕਾਲ ਦਿੱਤੀ ਹੋਈ ਹੈ, 5 ਅਗਸਤ ਦੀ ਰਾਜੇਵਾਲ ਸਾਹਿਬ ਨੇ ਕਿਸਾਨਾਂ ਨੂੰ ਕਿਹਾ ਕਿ ਆਓ ਜੀ ਇਕੱਠੇ ਹੋਈਏ ਤੇ ਮੁੱਦਿਆਂ ਦੇ ਉੱਤੇ ਗੱਲ ਕਰੀਏ ਤੇ ਮੁੱਦਾ ਚੁੱਕੀਏ, ਦੇਖੋ ਕੀ ਬਣਦਾ। ਬਲਕਾਰ ਜੀ, ਹੁਣ ਅਗਲਾ ਮੁੱਦਾ ਜਿਹੜਾ ਹੈ ਜੀ ਉਹ ਲੋਕਾਂ ਦੀ ਸਿਹਤ ਨਾਲ ਜੁੜਿਆ ਹੋਇਆ, ਕਿਉਂਕਿ ਅਸੀਂ ਦੇਖਦੇ ਹਾਂ ਕਿ ਜਿਹੜੀ ਡਰੱਗਸ ਮਤਲਬ ਜਿਹੜੀਆਂ ਦਵਾਈਆਂ ਨੇ, ਦਵਾਈਆਂ ਦੀ ਜਿਹੜੀ ਇੰਡਸਟਰੀ ਹੈ ਬਹੁਤ ਵੱਡੀ ਹੈ, ਔਰ ਕਹਿੰਦੇ ਨੇ ਕਿ ਬਲੈਕ ਇੰਡਸਟਰੀ ਵੀ ਨਾਲ ਚੱਲਦੀ ਹੈ। ਜਿਹੜੇ ਇਹ ਐਕਸਪਰਟਸ ਮੰਨਦੇ ਨੇ ਕਿ 100 ਕਰੋੜ ਤੋਂ ਵੱਧ ਦੀ ਜਿਹੜੀ ਬਲੈਕ ਮਾਰਕੀਟ ਆ ਦਵਾਈਆਂ ਦੀ ਮਾਰਕੀਟ ਦੇ ਵਿੱਚ, ਉਹ ਵੀ ਨਾਲ ਚੱਲਦੀ ਆ। ਔਰ ਇਸ ਗੱਲ ਦੇ ਉੱਤੇ ਕੇਂਦਰ ਸਰਕਾਰ ਵੱਲੋਂ ਇੱਕ ਬੜਾ ਹਾਰਡ ਸਟੈਪ ਲਿੱਤਾ ਗਿਆ ਹੈ ਕਿ ਜਿਹੜੀ ਗੈਰ ਮਿਆਰੀ ਦਵਾਈਆਂ ਨੇ, ਬਿਲੋ ਦ ਸਟੈਂਡਰਡ ਜਿਹੜੀਆਂ ਦਵਾਈਆਂ ਨੇ, ਉਹ ਕੰਪਨੀਆਂ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਵੇ, ਬੰਦ ਕੀਤੀਆਂ ਜਾਣ ਜਿਹੜੀਆਂ ਘਟੀਆ ਦਵਾਈਆਂ ਨੇ, ਔਰ ਘਟੀਆ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਵੀ ਬੰਦ ਕੀਤੀਆਂ ਜਾਣ। ਇਹ ਕੇਂਦਰ ਸਰਕਾਰ ਵੱਲੋਂ ਹੁਣੇ ਹੁਕਮ ਆਇਆ, ਔਰ ਇਹ ਹੁਕਮ ਇਸ ਕਰਕੇ ਆਇਆ ਕਿ ਉਦੋਂ ਪਹਿਲਾਂ ਹੈਲਥ ਡਿਪਾਰਟਮੈਂਟ ਨੇ ਬੜੇ ਸੈਂਪਲ ਭਰੇ ਆ, ਜਿੱਥੇ ਵੀ ਦਵਾਈਆਂ ਦੇ ਵਿਕਰੇਤਾ ਬੈਠੇ ਨੇ, ਉਹ ਦਵਾਈਆਂ ਦੀ ਚੈਕਿੰਗ ਹੋਈ ਆ, ਔਰ ਦਵਾਈਆਂ ਦਾ ਮਿਆਰ ਉਸ ਸਟੈਂਡਰਡ ਤੱਕ ਨਹੀਂ ਪਹੁੰਚ ਸਕਿਆ। ਔਰ ਉਹਨਾਂ ਕੋਲ ਵੈਸੇ ਲਾਇਸੈਂਸ ਵੀ ਹੈਗੇ, ਜਿਹੜੇ ਇੰਡੀਅਨ ਮੈਡੀਕਲ ਕੌਂਸਲ ਆ ਉਹਦੇ ਆ, ਔਰ ਉਹਨਾਂ ਨੇ ਕਿਹਾ ਕਿ ਨਹੀਂ ਤੇ ਖਾਰਜ ਕਰ ਦਿੱਤੇ ਜਾਣਗੇ ਜਿਨ੍ਹਾਂ ਦੇ ਵੀ ਲਾਇਸੈਂਸ ਹੈਗੇ ਆ। ਬਾਕਾਇਦਾ ਤੌਰ ਤੇ ਦਵਾਈਆਂ ਉਹੀ ਵੇਚਣ ਜਿਹੜੀਆਂ ਦਵਾਈਆਂ ਠੀਕ ਨੇ। ਪਰ ਦੂਜੇ ਪਾਸੇ ਇਹ ਵੀ ਗੱਲ ਆ ਗਈ ਕਹਿੰਦੇ ਵੀ ਦਵਾਈਆਂ ਤਾਂ ਆ ਹੀ ਇੱਦਾਂ ਦੀਆਂ ਰਹੀਆਂ, ਪਹਿਲਾਂ ਉਹਨਾਂ ਨੂੰ ਜਿੱਥੇ ਬਣਦੀਆਂ ਮੈਨੂਫੈਕਚਰਿੰਗ ਹੋ ਰਹੀ ਹੈ ਦਵਾਈਆਂ ਦੀ, ਜਿਹੜੇ ਦਵਾਈਆਂ ਬਣਾ ਰਹੇ ਨੇ ਉਹਨਾਂ ਕੰਪਨੀਆਂ ਦਾ ਤਾਂ ਪਤਾ ਕਰੋ, ਕੰਪਨੀਆਂ ਕਿਹੜੀਆਂ ਹੈਗੀਆਂ। ਥਾਂ 'ਤੇ ਕੰਪਨੀਆਂ ਖੁੱਲ੍ਹ ਗਈਆਂ ਹੈਗੀਆਂ, ਔਰ ਪੰਜਾਬ 'ਚ ਵੀ ਆ, ਹਰਿਆਣੇ 'ਚ ਵੀ ਆ, ਹਿਮਾਚਲ 'ਚ ਵੀ ਹੈਗੀ ਆ, ਸਟੇਟਾਂ ਦੇ ਵਿੱਚ ਦਵਾਈਆਂ ਦੀਆਂ ਕੰਪਨੀਆਂ ਬਣ ਗਈਆਂ। ਔਰ ਇੱਕ ਗੱਲ ਹੋਰ ਹੈਗੀ ਆ, ਜਿੱਥੇ ਵੀ ਸਾਡੇ NRI ਵੀਰ ਸੁਣ ਰਹੇ ਆ, ਪ੍ਰੋਗਰਾਮ ਦੇਖ ਰਹੇ ਆ, ਜਿਹੜੇ ਬਾਹਰਲੇ ਦੇਸ਼ਾਂ 'ਚ ਪ੍ਰਿਸਕ੍ਰਿਪਸ਼ਨ ਜਿਹੜੀ ਹੈਗੀ ਆ ਉਹਦੇ ਅਕੋਰਡਿੰਗ ਵੀ ਜਿਹੜੀ ਦਵਾਈ ਲੈਣੀ ਔਖੀ ਹੋ ਜਾਂਦੀ ਆ, ਇਲਾਜ ਵੀ ਬਹੁਤ ਮਹਿੰਗੇ ਹੈਗੇ ਆ। ਸਾਡੇ ਤਾਂ ਇੱਥੇ ਪ੍ਰਿਸਕ੍ਰਿਪਸ਼ਨ ਮਿੰਟ ਅਜੇ ਲਿਖਦੇ ਆ ਤੇ ਪਹਿਲਾਂ ਦਵਾਈਆਂ ਹੁੰਦੀਆਂ, ਔਰ ਦਵਾਈਆਂ ਇੱਥੋਂ ਜਿਹੜੀਆਂ ਲੋਕ ਖਰੀਦ ਕੇ ਬੱਚਿਆਂ ਨੂੰ ਤੇ ਬੁੜਿਆਂ ਨੂੰ ਬਾਹਰ ਭੇਜਦੇ ਆ। ਉਹਦੀ ਜਿਹੜੀ ਹੈਗੀ ਆ ਪੋਸਟ ਆਫਿਸ ਦੇ ਰਾਹੀਂ ਜਾਂਦੀਆਂ, ਜੋ ਉਹਦੇ ਰਾਹੀਂ ਜਾਂਦੀਆਂ,
ਜਿਹਦੇ ਵਿੱਚ ਸਾਧਨ ਨੇ ਆਵਾਜਾਈ ਦੇ, ਉਹਦੇ ਨਾਲ ਜਾਂਦੀਆਂ ਉੱਥੇ ਦਵਾਈਆਂ, ਔਰ ਉੱਥੇ ਦਵਾਈਆਂ ਮਹਿੰਗੀਆਂ। ਬੇਸਿਕਲੀ ਉਹ ਦਵਾਈਆਂ ਨਹੀਂ ਮਿਲਦੀਆਂ ਜਿਹੜੀਆਂ ਡਾਕਟਰ ਨੇ ਤੁਹਾਨੂੰ ਸੁਜੈਸਟ ਕੀਤੀਆਂ, ਉਹ ਸਾਰੀਆਂ ਦਵਾਈਆਂ ਇੰਡੀਆ 'ਚੋਂ ਜਾ ਰਹੀਆਂ। Sure. ਪਰ ਹੁਣ ਦਵਾਈਆਂ ਦੀ ਜਿਹੜਾ ਆ ਜਿਹੜੇ ਦੇਖਿਆ ਹੈਗਾ ਸਟੈਂਡਰਡ ਇਹ ਇੰਨਾ ਡਾਊਨ ਹੈਗਾ, ਲੋਕ ਦਵਾਈਆਂ ਖਾ ਖਾ ਕੇ ਸਾਈਡ ਇਫੈਕਟ ਨਾਲ ਮਰ ਰਹੇ ਆ। ਕੈਮੀਕਲ ਇਸ ਤਰ੍ਹਾਂ ਦੇ ਮਿਕਸ ਕੀਤੇ ਆ, ਉਹਦੇ 'ਤੇ ਰੈਪਰ ਹੋਰ ਕੁਛ ਹੈ, ਦਵਾਈ ਅੰਦਰ ਹੋਰ ਕੁਛ ਹੈਗੀ ਆ। ਔਰ ਉਹ ਸਾਰੀਆਂ ਦਵਾਈਆਂ ਤੋਂ ਲੋਕ ਹਟ ਕੇ ਹੁਣ ਜਿਹੜੀ ਆ ਐਲੋਪੈਥੀ ਤੋਂ ਆਯੁਰਵੈਦ ਵੱਲ ਆ ਰਹੇ, ਹੋਮਿਓਪੈਥੀ ਵੱਲ ਵੀ ਹੋਮਿਓਪੈਥੀ ਵੱਲ ਵੀ ਆ ਰਹੇ ਆ, ਕਿ ਉਹ ਦਵਾਈ ਉਹ ਨੈਚੁਰੋਪੈਥੀ ਜਿਹੜੀ ਹੈ ਇੰਡੀਆ ਦੀ ਹੈਗੀ ਆ। ਜਿਹੜੀ ਇਹ ਪੈਥੀ ਹੈਗੀ ਆ ਤਾਂ ਇੰਗਲੈਂਡ ਦੀ ਅੰਗਰੇਜ਼ਾਂ ਦੀ ਹੈਗੀ ਆ, ਔਰ ਉਹਨੂੰ ਅਸੀਂ ਅਪਣਾ ਲਿਆ। ਜੇ ਅਸੀਂ ਅੰਗਰੇਜ਼ੀ ਬੋਲੀ ਜਾਂਦੇ ਹਾਂ ਫਿਰ ਦਵਾਈਆਂ ਵੀ ਅੰਗਰੇਜ਼ੀ ਆ, ਖਾਣੇ ਵੀ ਸਾਡੇ ਅੰਗਰੇਜ਼ੀ ਆ, ਕੱਪੜੇ ਵੀ ਸਾਡੇ ਅੰਗਰੇਜ਼ੀ ਆ, ਭਾਸ਼ਾ ਤਾਂ ਸਾਡੀ ਅੰਗਰੇਜ਼ੀ ਹੈਗੀ ਆ। ਅਸੀਂ ਅੰਗਰੇਜ਼ੀ ਦੇ ਮਗਰ ਹੀ ਲੱਗ ਕੇ ਸਾਰਾ ਕੁਝ ਗਵਾ ਲਿਆ। ਔਰ ਜੇ ਤੁਸੀਂ ਹੋਮਿਓਪੈਥੀ, ਇਹ ਵੀ ਜਰਮਨ ਦੀ ਦਵਾਈ ਹੈਗੀ ਆ। ਜੇ ਤੁਸੀਂ ਆਯੁਰਵੈਦ ਕਰੋਗੇ ਤਾਂ ਯੂਨਾਨ ਤੇ ਸਾਡੀ ਦਵਾਈ ਹੈਗੀ ਆ। ਇਹਦੇ ਵਿੱਚ ਕਾਫੀ ਕੁਝ ਹੋ ਰਿਹਾ, ਬਹੁਤ ਕੁਝ ਹੋ ਰਿਹਾ ਤੇ ਬੜੀ ਰਿਸਰਚ ਹੋ ਗਈ ਆ। ਪਰ ਆ ਜਿਹੜਾ ਹੁਣ ਇਹਨਾਂ ਨੂੰ ਹੁਕਮ ਦੇ ਦਿੱਤਾ ਹੈਗਾ, ਉਹਨਾਂ ਨੇ ਕਹਿਤਾ ਕਿ ਪਹਿਲਾਂ ਕੰਪਨੀਆਂ ਜਿਹੜੀਆਂ ਬਣ ਰਹੀਆਂ ਦਵਾਈਆਂ ਉਹਨਾਂ ਨੂੰ ਬੰਦ ਕਰੋ। ਕੌਣ ਬਣਾ ਰਿਹਾ? ਉਹਦੇ ਵਿੱਚ ਵੀ ਆ ਬੰਦੇ ਰਲ ਕੇ ਦਵਾਈਆਂ ਬਣਾਉਂਦੇ ਆ, ਲਾਇਸੈਂਸ ਲਏ ਹੈਗੇ ਆ ਜੀ। ਔਰ ਇੱਕ ਬਲਕਾਰ ਜੀ, ਇੱਦਾਂ ਦੇ ਰੇਟਸ ਦੀ ਵੀ ਦੱਸੋ, ਜਿਹੜੇ ਰੇਟਸ ਇੰਨੇ ਵਧਾਏ ਹੋਏ ਨੇ, ਬੜੇ ਰੇਟ, ਇੰਨਾ ਕਾਸਟ ਆਫ ਪ੍ਰੋਡਕਸ਼ਨ ਨਹੀਂ ਹੈਗਾ। ਹਾਂ, ਇਹ ਗੱਲ ਕਰਨੀ ਮੈਂ ਭੁੱਲ ਗਿਆ ਸੀ। ਵਾਕਈ ਗਰੀਬ ਆਦਮੀ ਦਵਾਈ ਲੈ ਕੇ ਕਦੇ ਵੀ ਇਲਾਜ ਨਹੀਂ ਕਰਾ ਸਕਦਾ, ਇੰਨੀ ਦਵਾਈਆਂ ਮਹਿੰਗੀਆਂ ਹੈਗੀਆਂ। ਇੱਕ ਇੰਜੈਕਸ਼ਨ ਜਿਹੜਾ ਹੈਗਾ 6-6 ਹਜ਼ਾਰ 7-7 ਹਜ਼ਾਰ ਦਾ ਆ ਰਿਹਾ, ਔਰ ਉਹਦੇ ਵਿੱਚ ਲਾਉਣ ਵਾਲਾ ਵੱਖਰੇ ਪੈਸੇ ਲਊਗਾ। ਫਿਰ ਉਹਦੇ ਵਿੱਚ ਜਿਹੜੇ ਵੀ ਤੁਸੀਂ ਡਾਕਟਰ ਨੂੰ ਕੰਸਲਟ ਕਰੋਗੇ ਉਹਦੀ ਫੀਸ ਆਪਣੀ ਆ। ਉਹ ਬੰਦਾ ਤਾਂ ਇਸੇ 'ਚ ਉੱਜੜ ਜਾਂਦਾ। ਉਹ ਜਿੰਨੀ ਜ਼ਮੀਨ ਉਹ ਗਹਿਣੇ ਪਾਉਂਦਾ ਤਾਂ ਬੰਦਾ ਜਿਹੜਾ ਅਜੇ ਰਾਜੀ ਨਹੀਂ ਹੁੰਦਾ। ਇਹ ਹੈਗੇ ਆ ਤੁਹਾਡੇ ਲੋਕਾਂ ਦੇ ਇਲਾਜ ਦੇ ਪ੍ਰਬੰਧ ਇੰਡੀਆ ਦੇ ਵਿੱਚ। ਇਹ ਲੋਕਾਂ ਨੇ ਸਾਰਾ ਕੁਝ ਕਰਨਾ। ਜਿਸ ਖਿੱਤੇ ਨੂੰ ਜਿਸ ਚੀਜ਼ ਨੂੰ ਛੇੜ ਲਿਓ ਉਹੀ ਸਿਖਰਾਂ 'ਤੇ ਪਹੁੰਚ ਗਏ। ਪਹਿਲਾਂ ਆਪਾਂ ਸਿਆਸਤ ਦੀ ਗੱਲ ਕਰਦੇ ਸੀ, ਹੁਣ ਆਪਾਂ ਮੈਡੀਸਨ ਦੀ ਗੱਲ ਕੀਤੀ ਆ, ਔਰ ਜਿਹੜੇ ਮੈਡੀਸਨ ਵਿਕਰੇਤਾ ਨੇ ਉਹਨਾਂ ਦੀ ਗੱਲ ਕੀਤੀ ਹੈ, ਕੰਪਨੀ ਦੀ ਗੱਲ ਕੀਤੀ ਹੈ। ਇਹਦੇ 'ਚ ਵੀ ਆਵਾਜ਼ ਉੱਤੇ ਆ ਰਿਹਾ। ਬਿਲਕੁਲ। ਔਰ ਐਕਸਪਰਟ ਇਹ ਕਹਿੰਦੇ ਨੇ ਕਿ ਦਵਾਈਆਂ ਦੇ ਬਿਜ਼ਨਸ ਵਿੱਚ ਵੀ ਪੋਲੀਟੀਕਲ ਦਖਲ ਹੈਗਾ, ਪੋਲੀਟੀਕਲ ਕੱਟਸ ਹੈਗੇ ਨੇ, ਨਹੀਂ ਹਾਂ, ਗੱਲ ਪਾਰਟੀ ਫੰਡ ਜਾਂਦੇ ਨੇ। ਸਹੀ ਗੱਲ, ਸਹੀ ਗੱਲ। ਇਹ ਸਾਰਾ ਰਲ ਮਿਲ ਕੇ ਚੱਲਦਾ ਕੰਮ। ਇੱਕ ਬੰਦਾ ਆਪਣੀ ਗੇਮ ਨਹੀਂ ਖੇਡ ਸਕਦਾ। ਉਹਨਾਂ ਦੀ ਹਿੱਸਾ ਪੱਤੀ ਉਹਨਾਂ ਨੂੰ ਚੱਲ ਜਾਂਦੀ ਹੈ ਨਾ, ਵੀ ਆਹ ਤੁਹਾਡੇ ਪੈਸੇ ਆ ਸਾਡੇ ਪੈਸੇ। ਜਿਹੜਾ ਕਰਪਸ਼ਨ ਕਰਦਾ ਨਾ, ਜੇ ਉਹਨੇ 100 ਰੁਪਏ ਦੀ ਕਰਪਸ਼ਨ ਕੀਤੀ ਤੇ 25 ਰੁਪਏ ਉਹਨੇ ਸਾਈਡ 'ਤੇ ਰੱਖ ਲੈਣੇ, ਵੀ ਉਹ ਉਦੋਂ ਦੇਵਾਂਗੇ ਜਦੋਂ ਸਾਡੇ 'ਤੇ ਕੋਈ ਕੇਸ ਹੋ ਗਿਆ। ਇਸੇ ਤਰ੍ਹਾਂ ਦੀ ਗੱਲ ਜਦੋਂ ਅਸੀਂ ਫੜੇ ਜਾਵਾਂਗੇ ਉਦੋਂ ਕਰਿਆ ਜਾਊਗਾ। ਜਿੱਦਾਂ ਹੁਣ ਮਿਸਟਰ ਚਾਹਲ ਨੇ ਇੱਥੋਂ ਦੇ ਜਿਹੜੇ ਰਹੇ ਆ ਮੁੱਖ ਮੰਤਰੀ ਪੰਜਾਬ ਅਮਰਿੰਦਰ ਸਿੰਘ ਹੋਰਾਂ ਨਾਲ, ਕੈਪਟਨ ਅਮਰਿੰਦਰ ਸਿੰਘ ਹੋਰਾਂ ਨਾਲ, ਉਹਨਾਂ ਨੂੰ ਵੱਧ ਜਾਇਦਾਦ ਬਣਾਉਣ ਦੇ ਲਈ ਉਹਨਾਂ ਨੂੰ ਫਿਰ ਵਿਜੀਲੈਂਸ ਨੇ ਅਰੈਸਟ ਕਰ ਲਿਆ। ਔਰ ਉਹਨਾਂ ਦੀ ਜਿਹੜੀ ਆਮਦਨ ਦਾ ਜ਼ਿਆਦਾ ਏਰੀਆ ਵਾ ਜਾਂ ਆਮਦਨ ਹੈਗੀ ਆ, ਜਦੋਂ ਇੱਥੇ ਆਏ ਸੀਗੇ ਉਹ PRO ਰਹੇ ਆ ਔਰ ਪਬਲਿਕ ਰਿਲੇਸ਼ਨ ਦੇ ਰਹੇ ਆ, ਉਦੋਂ 7 ਕਰੋੜ ਸੀ, ਫਿਰ 20 ਕਰੋੜ ਹੋ ਗਈ, ਫਿਰ 40 ਕਰੋੜ ਹੋ ਗਈ। ਪਤਾ ਨਹੀਂ ਕਿੱਥੋਂ ਕਿੱਥੋਂ ਤੱਕ ਕਰੋੜਾਂ ਤੱਕ ਗੱਲਾਂ ਚਲੇ ਗਈਆਂ। ਬਿਲਕੁਲ। ਔਰ ਪੈਸਾ ਆ ਕਿੱਧਰੋਂ ਰਿਹਾ? ਰੁੱਖਾਂ ਤੋਂ ਤਾਂ ਨਹੀਂ ਡਿੱਗਦਾ। ਇਹ ਬਿਲਕੁਲ ਸਪਸ਼ਟ ਹੋਣਾ ਚਾਹੀਦਾ। ਔਰ ਕਹਿੰਦੇ ਨੇ ਕਿ ਇਹਨੂੰ ਕਰਪਸ਼ਨ ਨਾ ਕਹੋ, ਇਹਨੂੰ ਕਹੋ ਕੋਆਪਰੇਸ਼ਨ, ਤਾਲਮੇਲ। ਇਹਦਾ ਵਰਡ ਬਦਲ ਦਿਓ, ਇਹਦਾ ਡਿਕਸ਼ਨਰੀ ਦਾ ਵਰਡ ਬਦਲ ਦਿਓ। ਸੋ ਅਸੀਂ ਵੀ ਤਾਲਮੇਲ ਸਮੇਂ ਦੇ ਨਾਲ ਬਣਾ ਕੇ ਚੱਲੀਏ ਤੇ ਸਮੇਂ ਦੇ ਤਾਲਮੇਲ ਦੇ ਨਾਲ ਸਾਨੂੰ ਇਹ ਨਤੀਜਾ ਮਿਲਦਾ ਕਿ ਇੱਕ ਹੋਰ ਤਾਲਮੇਲ ਹੋਣਾ ਚਾਹੀਦਾ। ਜ਼ਰੂਰ, ਪੱਕਾ, ਬਿਲਕੁਲ। ਕਿ ਟਰੂਡੋ ਸਾਹਿਬ ਦਾ ਜੋ ਤਲਾਕ ਦਾ ਮੈਟਰ ਖੜਾ ਹੋ ਗਿਆ, ਔਰ ਟਰੂਡੋ ਸਾਹਿਬ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੇ, ਔਰ ਉਹਨਾਂ ਦੀ ਵਾਈਫ ਦੇ ਨਾਲ ਕੋਈ ਅਣਬਣ ਦੀ ਗੱਲ ਸਾਹਮਣੇ ਆ ਰਹੀ ਹੈ ਮੀਡੀਆ ਦੇ ਵਿੱਚ। ਪਰ ਜੇ ਤਲਾਕ ਹੁੰਦਾ ਤੇ ਉਹਨਾਂ ਦੇ ਪੋਲੀਟੀਕਲ ਕੈਰੀਅਰ ਦੇ ਉੱਤੇ ਔਰ ਉਹਨਾਂ ਦੀ ਜਿਹੜੀ ਪਰਫਾਰਮੈਂਸ ਹੈ, ਪੋਲੀਟੀਕਲ ਪਰਫਾਰਮੈਂਸ ਹੈ ਕੈਨੇਡਾ ਦੀ ਸਰਕਾਰ ਦੀ, ਉਹਦੇ ਉੱਤੇ ਕੀ ਨੈਗੇਟਿਵ ਅਸਰ ਕੀ ਪੈ ਸਕਦਾ? ਸੋਸ਼ਲ ਮੀਡੀਆ 'ਤੇ ਇਹਨਾਂ ਨੇ ਪਾਇਆ ਸੀਗਾ, ਕੱਲ੍ਹ ਦੀ ਗੱਲ ਹੈ, ਉਹਦੇ ਵਿੱਚ ਇਹਨਾਂ ਨੇ ਪਾਤਾ ਕਿ ਵੀ ਅਸੀਂ 18 ਸਾਲ ਹੋ ਗਏ ਇਹਨਾਂ ਦੇ ਵਿਆਹ ਨੂੰ ਔਰ 3 ਬੱਚੇ ਇਹਨਾਂ ਦੇ। ਇਹ ਕਹਿੰਦੇ ਅਸੀਂ ਅਲਾਦਾ ਰਹਿਣਾ ਚਾਹੁੰਦੇ ਹਾਂ, ਵੱਖਰੇ ਵੱਖਰੇ ਰਵਾਂਗੇ। ਬੱਚਿਆਂ ਨੂੰ ਪ੍ਰਧਾਨ ਮੰਤਰੀ ਰੈਜ਼ੀਡੈਂਸ਼ੀਅਲ ਜਿਹੜਾ ਹੈਗਾ ਉੱਥੇ ਪਾਲਿਆ ਜਾਊਗਾ। ਕਦੀ ਮੈਡਮ ਸੋਫੀਆ ਉਹਨਾਂ ਦਾ ਨਾਂ, ਉਹ ਆ ਸਕਦੇ, ਉਹ 48 ਸਾਲ ਦੇ ਆ, 52 ਸਾਲ ਦੇ ਟਰੂਡੋ ਸਾਹਿਬ ਆ। ਔਰ ਟਰੂਡੋ ਸਾਹਿਬ ਦਾ ਇਹ ਪਿਤਾ ਪੁਰਖੀ ਹੈਗਾ। ਪਹਿਲਾਂ ਇਹਨਾਂ ਦੇ ਫਾਦਰ ਦਾ ਵੀ ਤਲਾਕ ਹੋਇਆ ਸੀਗਾ, ਉਦੋਂ ਇਹ 7 ਸਾਲ ਦੇ ਸੀਗੇ। ਔਰ ਉਦੋਂ ਬਾਅਦ ਇਹ ਲਿਬਰਲ ਪਾਰਟੀ ਵਿੱਚ ਗਏ ਆ ਔਰ 2-3 ਵਾਰੀ ਜਿੱਤੇ ਆ। ਔਰ ਫਿਰ ਉਦੋਂ ਬਾਅਦ ਕਈ ਜਗ੍ਹਾ 'ਤੇ 2019 ਦੇ ਵਿੱਚ ਵੀ ਇਹ ਥੱਲੇ ਆਏ ਥੋੜ੍ਹੇ ਜਿਹੇ। ਫਿਰ NDP ਜਿਹੜੀ ਉੱਥੋਂ ਦੀ ਪਾਰਟੀ, ਉਹਨਾਂ ਨੇ ਇਹਨਾਂ ਨੂੰ ਸਪੋਰਟ ਕੀਤਾ ਹੈਗਾ। ਜਿਹੜੀ ਤੁਸੀਂ ਗੱਲ ਕੀਤੀ ਇਹਦੇ ਵਿੱਚ ਸਿਆਸਤ ਦੇ ਵਿੱਚ ਵੀ ਇਹਨਾਂ ਦਾ ਪ੍ਰੋਬਲਮ ਆਊਗੀ, ਕਿਉਂਕਿ ਇਹਦੇ ਨਾਲ ਜਿਹੜੇ ਵੀ ਸਿਆਸੀ ਲੀਡਰ ਨੇ ਜਾਂ ਉਹ ਇਹਨਾਂ ਨੂੰ ਟੁੱਟਣਗੇ, ਕਿਉਂਕਿ ਉਹ ਕੁਛ ਉਹਨਾਂ ਦਾ ਸੋਫੀਆ ਜਿਹੜੀ ਉਹਨਾਂ ਦੀ ਵਾਈਫ ਆ, ਉਹਨਾਂ ਦੀ ਪਤਨੀ ਆ, ਉਹਨਾਂ ਦੇ ਫੇਵਰ ਵਿੱਚ ਵੀ ਲੋਕ ਬੈਠੇ ਨੇ। ਇਹਦੇ ਵਿੱਚ ਵੀ ਇਹਨਾਂ ਦੀ ਪਾਰਟੀ ਦੇ ਵਿੱਚ ਵੀ ਤਰੇੜਾਂ ਆ ਸਕਦੀਆਂ। ਔਰ ਜਦੋਂ ਤੱਕ ਇਹ ਉੱਥੇ ਪ੍ਰਧਾਨ ਮੰਤਰੀ ਬਣੇ ਨੇ, ਇਹਨਾਂ ਦੀ ਆਪਸੀ ਆਪਣੀ ਵਾਈਫ ਨਾਲ ਬਹੁਤੀ ਗੱਲਬਾਤ ਜਾਂ ਐਡਜਸਟਮੈਂਟ ਨਹੀਂ ਰਹੀ। ਇਹ ਜਦੋਂ ਕਿ ਲੀਡਰ ਬਣਦੇ ਆ, ਕੁਛ ਨਾ ਕੁਛ ਇੱਦਾਂ ਦੇ ਵਾਕਿਆਤ ਹੁੰਦੇ ਆ। ਜਿਸ ਤਰ੍ਹਾਂ ਅਸੀਂ ਪੰਜਾਬ ਦੀ ਵੀ ਗੱਲ ਕਰਦੇ ਹਾਂ, ਜਿਸ ਤਰ੍ਹਾਂ ਭਗਵੰਤ ਮਾਨ ਜੀ ਨੇ, ਉਹਨਾਂ ਨੇ ਹੁਣੇ ਰੀਸੈਂਟਲੀ ਮੈਰਿਜ ਕਰਵਾਈ ਆ। ਕੁੜੀ ਜਿਹੜੀ ਆ ਉਹ ਡਾਕਟਰ ਹੈ, MBBS ਆ, ਅਤੇ ਪਹਿਲੀ ਵਾਈਫ ਉਹਨਾਂ ਦੀ ਸਿਆਟਲ
ਅਮਰੀਕਾ 'ਚ ਆ, ਉਹਨਾਂ ਦੇ 2 ਬੱਚੇ ਆ। ਜਦੋਂ ਇਹਨਾਂ ਨੇ ਟੇਕ ਓਵਰ ਕੀਤਾ ਸੀਗਾ ਐਜ਼ ਮੁੱਖ ਮੰਤਰੀ ਪੰਜਾਬ, ਉਹ ਬੱਚੇ ਦੋਨੇ ਆਏ ਸੀ, ਇੱਕ ਬੇਟੀ ਬੇਟਾ ਆਏ ਸੀਗੇ। ਇਹ ਸਿਆਸਤ ਦੇ ਵਿੱਚ ਜਾਂ ਇਸ ਤਰ੍ਹਾਂ ਦੀ ਕੋਈ ਗੜਬੜ ਜ਼ਰੂਰ ਹੁੰਦੀ ਹੈ। ਜਿਹੜੇ ਵੱਡੇ ਪ੍ਰਮੁੱਖ ਨੇਤਾ ਨੇ, ਸਾਡੇ ਮੋਦੀ ਸਾਹਿਬ ਤਾਂ ਵਿਆਹੇ ਨਹੀਂ, ਚਲੋ ਇਸ ਗੱਲ ਤੋਂ ਬਚ ਗਏ ਆ, ਵਿਆਹੇ ਹੋਏ ਨੇ, ਵਿਆਹੇ ਸੀਗੇ ਪਰ ਹੁਣ ਨਹੀਂ ਵਿਆਹੇ ਸੀ, ਗੱਲ ਸਹੀ ਤੁਹਾਡੀ। ਉਹ ਵਾਈਫ ਉਹਨਾਂ ਵੀ ਨਹੀਂ ਰੱਖੀ। ਔਰ ਸਿਆਸਤ ਦੇ ਵਿੱਚ ਪਤਾ ਨਹੀਂ ਜਾਂ ਇਹਨਾਂ ਕੋਲ ਟਾਈਮ ਨਹੀਂ ਘਰ ਨੂੰ ਵੇਖਣ ਦਾ, ਜੇ ਬਾਕੀ ਨਹੀਂ ਹੈਗਾ, ਜੇ ਘਰ ਨੂੰ ਨਹੀਂ ਵੇਖ ਸਕਦੇ ਤੇ ਦੇਸ਼ ਤੇ ਬਾਕੀ ਨੂੰ ਕੀ ਵੇਖਣਗੇ। ਗੱਲ ਇਹ ਹੈ ਨਾ ਕਿ ਇੱਕ ਤੁਹਾਡੀ ਜਿਹੜੀ ਇਮੇਜ ਬਣੀ ਹੁੰਦੀ ਹੈ, ਸੋਸ਼ਲ ਇਮੇਜ ਬਣੀ ਹੁੰਦੀ ਹੈ, ਉਹ ਇਦਾਂ ਦੀਆਂ ਘਟਨਾਵਾਂ ਨਾਲ ਉਸ ਇਮੇਜ ਦੇ ਉੱਤੇ ਵੀ ਸੱਟ ਵੱਜਦੀ ਆ। ਜੀ ਜੀ ਜੀ। ਤੁਹਾਨੂੰ ਯਾਦ ਹੋਏਗਾ ਨੈਲਸਨ ਮੰਡੇਲਾ ਸਾਹਿਬ ਕਿੰਨੇ ਸਾਲ ਜੇਲ੍ਹ 'ਚ ਰਹੇ ਜੇਲ੍ਹ 'ਚ ਰਹੇ 20 ਸਾਲ। ਉਹਨਾਂ ਦਾ ਵੀ ਡਿਵੋਰਸ ਦਾ ਮਾਮਲਾ ਹੋ ਗਿਆ। ਜੀ ਜੀ ਜੀ। ਜਦੋਂ ਜੇਲ੍ਹ ਤੋਂ ਬਾਹਰ ਆਏ ਨੇ। ਮੈਂ ਉਹੀ ਗੱਲ ਕੀਤੀ, ਸਿਆਸੀ ਲੀਡਰ ਜਿਹੜੇ ਆ ਕੋਈ ਵੀ ਇਸ ਗੱਲੋਂ ਬਚਿਆ ਨਹੀਂ। ਇਮੇਜ ਦੇ ਉੱਤੇ ਗੱਲ ਆ ਜਾਂਦੀ ਆ ਸਾਰਿਆਂ ਤੇ, ਜਿੰਨੇ ਲੀਡਰ ਆ ਗਿਣਤੀ 'ਚ ਜਿਹੜੇ ਟਿਪਸ ਤੇ ਗਿਣੇ ਆ, ਉਹਨਾਂ ਦੇ ਘਰ ਜਿਹੜੇ ਆ ਇਸੇ ਤਰ੍ਹਾਂ ਦੇ ਤਲਾਕ ਹੀ ਹੋਏ ਆ, ਜਾਂ ਉਹ ਘਰ 'ਚ ਨਹੀਂ ਵਸ ਸਕੇ। ਸਾਰਾ ਕੁਝ ਇਸੇ ਤਰ੍ਹਾਂ ਦਾ ਰਿਹਾ ਹੈ। ਚਲੋ ਰਾਹੁਲ ਗਾਂਧੀ ਜੀ ਨੇ ਤਾਂ ਵਿਆਹ ਕਰਾਏ ਨਹੀਂ, ਸਲਮਾਨ ਖਾਨ ਵੀ ਇਸੇ ਤਰ੍ਹਾਂ ਹੀ ਅਜੇ ਬੈਠੇ ਨੇ। ਇਸ ਤਰ੍ਹਾਂ ਦੇ ਲੀਡਰ ਤਾਂ ਜਿਹੜੇ ਲੋਕਾਂ ਦੀਆਂ ਨਜ਼ਰਾਂ ਵਿੱਚ ਨੇ, ਜਿਹੜੇ ਨਹੀਂ ਵਿਆਹ ਕਰਾਉਂਦੇ, ਉਹਨਾਂ ਨੂੰ ਵਿਆਹ ਕਰਾਉਣਾ ਚਾਹੀਦਾ ਹੈਗਾ। ਤੇ ਇਸ ਗ੍ਰਿਸ ਨੂੰ ਆਪਣੇ ਨਾਲ ਜੋੜ ਕੇ ਵੇਖਣਾ ਚਾਹੀਦਾ ਕਿ ਬੈਚਲਰ, ਕੁਆਰੇ ਔਰ ਵਿਆਹੇ ਬੰਦੇ 'ਚ ਕਿੰਨਾ ਫਰਕ ਹੁੰਦਾ, ਬੱਚਿਆਂ ਨੂੰ ਪਾਲ ਕੇ ਕੀ ਕੁਝ ਮਿਲਦਾ, ਦੁਨੀਆ ਨੂੰ ਕਿਸ ਤਰ੍ਹਾਂ ਵੇਖਿਆ ਜਾਂਦਾ। ਔਰ ਇਹ ਮੈਂ ਸੁਝਾਅ ਤੁਹਾਨੂੰ ਵੀ ਦਿੰਦਾ ਕਿ ਤੁਸੀਂ ਆਪਣਾ ਘਰ ਵਸਾਓ। ਸਭ ਦੀ ਆਪਣੀ ਆਪਣੀ ਲਾਈਫ, ਆਪਣੇ ਆਪਣੇ ਡਿਸੀਜਨਸ ਨੇ ਜੀ। ਔਰ ਦੇਖੋ ਲਾਈਫ ਕਿੱਧਰ ਜਾਂਦੀ ਸਾਰਿਆਂ ਦੀ। ਬਟ ਇਹ ਹੈ ਕਿ ਜੋ ਤੁਹਾਡੀਆਂ ਆਪਣੀਆਂ ਸੋਸ਼ਲ ਰਿਸਪੌਂਸਿਬਿਲਟੀਜ਼ ਨੇ, ਪੋਲੀਟੀਕਲ ਰਿਸਪੌਂਸਿਬਿਲਟੀਜ਼ ਨੇ, ਫੈਮਿਲੀ ਰਿਸਪੌਂਸਿਬਿਲਟੀਜ਼ ਨੇ, ਆਪਣੀਆਂ ਜ਼ਿੰਮੇਵਾਰੀਆਂ ਨੂੰ 100% ਪੂਰਾ ਕਰੋ। ਔਰ ਜੋ ਬੰਦਾ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦਾ ਹੈ, ਉਹੀ ਅਸਲੀ ਮਾਇਨੇ ਦੇ ਵਿੱਚ ਸਹੀ ਇਨਸਾਨ ਹੁੰਦਾ ਹੈ। ਸੋ ਅਸੀਂ ਆਪਣੇ ਦਰਸ਼ਕਾਂ ਨੂੰ ਕਹਾਂਗੇ ਕਿ ਆਪਣੇ ਵਿਚਾਰ ਸਾਨੂੰ ਜ਼ਰੂਰ ਇਨਬਾਕਸ ਕਰੋ। ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ। ਜੀ ਜੀ ਚਲਿਏ ਜੀ ਜ਼ਰੂਰ। ਸਤਿ ਸ੍ਰੀ ਅਕਾਲ।